Hello everyone, welcome to Victor's Knowledge. This is Chinu Sharma. So today I am going to share with you demo lecture on Indian economy for the courses of PSSSB Excise and Taxation Inspector, Clerk, Video, SI, PPSC Cooperative. ਸੋ ਜਿਹੜਾ ਇੰਡੀਅਨ ਇਕਨੋਮੀ ਦਾ ਸਬਜੈਕਟ ਮੈਂ ਕਰਵਾ ਰਹੀ ਹਾਂ ਇਹ ਅਲੱਗ-ਅਲੱਗ ਐਗਜ਼ਾਮਸ ਦੇ ਲਈ ਉਹਦੇ ਵਿੱਚੋਂ ਅੱਜ ਮੈਂ ਇੱਕ ਟੌਪਿਕ ਤੁਹਾਡੇ ਲਈ ਡੈਮੋ ਲੈਕਚਰ ਲਈ ਤਿਆਰ ਕੀਤਾ ਹੈ ਸੋ ਵੈਸੇ ਤਾਂ ਇਹ ਪੂਰਾ ਫੁੱਲ ਫਲੈਜਡ ਜਿਹੜਾ ਟੌਪਿਕ ਹੈ ਜੋ ਮੈਂ ਕੋਰਸ ਵਿੱਚ ਕਰਵਾ ਰਹੀ ਹਾਂ that is money and banking ਪਰ ਮੈਂ ਅੱਜ ਤੁਹਾਡੇ ਨਾਲ ਸਿਰਫ ਜਿਹੜਾ ਮਨੀ ਵਾਲਾ ਪੋਰਸ਼ਨ ਹੈ ਉਹ ਸ਼ੇਅਰ ਕਰ ਰਹੀ ਹਾਂ in the form of demo lecture. So before moving with our demo lecture, I want to share some important details regarding these courses that I am taking up currently. So ਇੱਕ ਹੈ ਸਭ ਤੋਂ ਪਹਿਲਾ PSSSB ਦਾ Excise Taxation Inspector ਦਾ ਕੋਰਸ, ਦੂਜਾ ਹੈ Clerk Video. So ਇਹ ਦੋ ਕੋਰਸ ਚੱਲ ਰਹੇ ਨੇ PSSSB ਦੇ ਜਿੰਨੇ ਵੀ ਇਹ ਕੋਰਸ ਨੇ ਇਹਨਾਂ ਦੀ ਹਰ ਡੀਟੇਲ ਮੈਂ ਟੈਲੀਗ੍ਰਾਮ ਗਰੁੱਪ YouTube ਕਮਿਊਨਿਟੀ ਪੇਜ ਇੰਸਟਾਗ੍ਰਾਮ ਪੇਜ ਹਰ ਕਿਤੇ ਸ਼ੇਅਰ ਕੀਤੀ ਹੋਈ ਹੈ ਚਾਹੇ ਪ੍ਰਾਈਸ ਡੀਟੇਲ ਹੈ ਕੰਟੈਂਟ ਦੀ ਡੀਟੇਲ ਹੈ ਆਲਸੋ ਜਿਹੜਾ ਕੁਝ ਮੈਂ ਮੈਂਸ਼ਨ ਕੀਤਾ ਹੋਇਆ ਟੈਂਪਲੇਟਸ ਉਸ ਤੋਂ ਇਲਾਵਾ ਮੈਂ ਬਹੁਤ ਸਾਰਾ ਫ੍ਰੀ ਮਟੀਰੀਅਲ ਟਾਈਮ ਟੂ ਟਾਈਮ ਪ੍ਰੋਵਾਈਡ ਕਰਵਾਉਣੀ ਆ ਜਿਹਦੇ ਨਾਲ ਸਟੂਡੈਂਟਸ ਦੀ ਇੱਕ ਬੈਸਟ ਵੇ ਦੇ ਨਾਲ ਸਮਾਰਟ ਅਪਰੋਚ ਦੇ ਨਾਲ ਤਿਆਰੀ ਹੋ ਸਕੇ ਸੋ ਰੈਗੂਲਰ ਲੈਕਚਰਸ ਚੱਲ ਰਹੇ ਨੇ ਤੇ ਜਿਹੜਾ ਐਕਸੈਸ ਹੈ ਉਹ ਤੁਹਾਡੇ ਕੋਲ ਹਮੇਸ਼ਾ ਹੀ ਰਹੂਗਾ ਤੁਹਾਨੂੰ ਡਰਾਈਵ ਫੋਲਡਰ ਦੇ ਵਿੱਚ ਫਾਰਮ ਦੇ ਵਿੱਚ ਅਲੱਗ ਤੋਂ ਵੀਡੀਓਜ਼ ਤੇ ਨੋਟਸ ਮਿਲ ਰਹੇ ਨੇ ਜਿਨ੍ਹਾਂ ਨੂੰ ਤੁਸੀਂ ਕਦੇ ਵੀ ਦੇਖ ਸਕਦੇ ਹੋ ਸੋ ਜਿਹੜੀਆਂ ਪ੍ਰਾਈਸ ਡੀਟੇਲਸ ਨੇ ਉਹ ਮੈਂ ਮੈਂਸ਼ਨ ਕੀਤੀਆਂ ਹੋਈਆਂ ਨੇ ਸਬ ਇੰਸਪੈਕਟਰ ਤੇ TSS ਦੇ ਲਈ ਸਪੈਸ਼ਲ ਨੋਟਸ ਨੇ ਸਬ ਇੰਸਪੈਕਟਰ ਦੇ ਪੂਰੇ GS ਪਲੱਸ ਕੰਪਿਊਟਰ ਅਵੇਅਰਨੈਸ ਕੰਪਲੀਟ ਸਿਲੇਬਸ ਦੇ ਨੋਟਸ ਅਵੇਲੇਬਲ ਨੇ ਤੁਸੀਂ ਉਹ ਨੋਟਸ ਲੈ ਸਕਦੇ ਹੋ MCQs ਮੈਂ ਨਾਲ ਦੇ ਰਹੀ ਹਾਂ ਕਾਫੀ ਮੇਜਰ ਸਬਜੈਕਟਸ ਦੇ ਆਲਸੋ ਕੋਆਪਰੇਟਿਵ ਇੰਸਪੈਕਟਰ ਦਾ ਪੂਰਾ ਇੱਕ ਰਿਵੀਜ਼ਨ ਫਾਰਮ ਦਾ ਕ੍ਰੈਸ਼ ਕੋਰਸ ਅਵੇਲੇਬਲ ਹੈ ਸੋ ਉਹਦੇ ਵਿੱਚ ਕੀ ਹੈ ਕਿਹੜੇ ਸਬਜੈਕਟਸ ਨੇ ਸਾਰੀਆਂ ਡੀਟੇਲਸ ਮੈਂ ਸ਼ੇਅਰ ਕੀਤੀਆਂ ਹੋਈਆਂ ਨੇ ਬਾਕੀ ਜੇ ਤੁਹਾਨੂੰ ਕਿਸੇ ਵੀ ਕੋਰਸ ਦੇ ਰਿਗਾਰਡਿੰਗ ਕੋਈ ਹੋਰ ਕੁਐਰੀ ਹੈ ਤੁਸੀਂ ਮੈਨੂੰ ਕਦੇ ਵੀ ਈਮੇਲ ਭੇਜ ਸਕਦੇ ਹੋ the mail is this legalvictor02896@gmail.com starting with the basic meaning of money money ਦਾ ਮਤਲਬ ਕੀ ਹੈ money ਇੱਕ ਇਹੋ-ਜਿਹੀ ਚੀਜ਼ ਹੈ ਜਿਹਨੂੰ ਆਪਾਂ ਇੱਕ ਐਕਸਚੇਂਜ ਦੇ ਮਾਧਿਅਮ ਦੇ ਤੌਰ ਤੇ ਵਰਤਦੇ ਹਾਂ ਕੋਈ ਚੀਜ਼ ਲੈਣੀ ਹੈ ਦੇਣੀ ਹੈ ਤੇ ਲੈਣ ਦੇਣ ਜਿੰਨਾ ਵੀ ਹੁੰਦਾ ਕਮਰਸ਼ੀਅਲ ਪਰਪਸ ਦੇ ਉੱਤੇ ਉਹ ਮਨੀ ਦੇ ਜ਼ਰੀਏ ਹੀ ਹੁੰਦਾ ਜੇ ਆਪਾਂ ਕਿਸੇ ਨੂੰ ਫ੍ਰੀ ਵਿੱਚ ਕੁਝ ਦੇ ਰਹੇ ਹਾਂ ਤਾਂ ਗਿਫਟ ਕਿਹਾ ਜਾਊ ਉਹਨੂੰ ਆਪਾਂ ਕਮਰਸ਼ੀਅਲ ਟ੍ਰਾਂਜੈਕਸ਼ਨ ਦੇ ਵਿੱਚ ਨਹੀਂ ਲੈ ਕੇ ਆਵਾਂਗੇ ਉਹ ਇਕਨੋਮਿਕ ਐਕਟੀਵਿਟੀ ਨਹੀਂ ਹੋਊਗੀ ਤੁਹਾਨੂੰ ਯਾਦ ਹੋਊਗਾ ਜਦੋਂ ਆਪਾਂ ਇੰਟਰੋਡਕਟਰੀ ਪੜ੍ਹਿਆ ਉੱਥੇ ਮੈਂ ਤੁਹਾਨੂੰ ਦੱਸਿਆ ਸੀ ਇਕਨੋਮਿਕ ਨਾਨ ਇਕਨੋਮਿਕ ਐਕਟੀਵਿਟੀ ਕਿਹੜੀਆਂ ਨੇ ਸੋ ਆਊਟ ਆਫ ਲਵ ਅਫੈਕਸ਼ਨ ਕੀਤੇ ਜਾਣ ਵਾਲੀਆਂ ਚੀਜ਼ਾਂ ਨਾਨ ਇਕਨੋਮਿਕ ਹੁੰਦੀਆਂ ਨੇ ਜਦੋਂ ਆਪਾਂ ਇਕਨੋਮਿਕ ਐਕਟੀਵਿਟੀਜ਼ ਦੀ ਗੱਲ ਕਰਦੇ ਆ ਤਾਂ ਉਹਨਾਂ ਨੂੰ ਪਰਫਾਰਮ ਕਰਨ ਦੇ ਲਈ ਜਿਹੜਾ ਜਨਰਲੀ ਸਾਰੇ ਐਕਸੈਪਟ ਕਰਦੇ ਨੇ ਤੁਸੀਂ ਕਿਸੇ ਤੋਂ ਕੋਈ ਚੀਜ਼ ਖਰੀਦਣੀ ਹੈ ਉਹਨੂੰ ਬਦਲੇ ਵਿੱਚ ਤੁਸੀਂ ਪੈਸਾ ਦੋਗੇ ਤੇ ਪੈਸਾ ਕਿਸੇ ਵੀ ਫਾਰਮ 'ਚ ਹੋ ਸਕਦਾ ਹੈ ਕੈਸ਼ ਹੋ ਸਕਦਾ ਹੈ ਕੋਈ ਕ੍ਰੈਡਿਟ ਕਾਰਡ ਦੇ ਜ਼ਰੀਏ ਤੁਸੀਂ ਆਨਲਾਈਨ ਪੇਮੈਂਟ ਕਰ ਸਕਦੇ ਹੋ ਡਿਜੀਟਲ ਟ੍ਰਾਂਜੈਕਸ਼ਨ ਕਰ ਸਕਦੇ ਹੋ ਸੋ ਅਲੱਗ-ਅਲੱਗ ਮਾਧਿਅਮ ਨੇ ਪਰ ਮੇਨ ਜਿਹੜੀ ਵੈਲਿਊ ਦੀ ਆਪਾਂ ਗੱਲ ਕਰਦੇ ਆ ਕੋਈ ਚੀਜ਼ ਖਰੀਦਣੀ ਹੈ ਵੇਚਣੀ ਹੈ ਤਾਂ ਉਹਦੀ ਜਿਹੜੀ ਐਕਸਚੇਂਜ ਦਾ ਮੀਡੀਅਮ ਹੈ ਮਾਧਿਅਮ ਹੈ ਉਹਦੀ ਵੈਲਿਊ ਜਿਹੜੀ ਆਪਾਂ ਕੈਲਕੂਲੇਟ ਕਰਨੀ ਹੈ ਉਹ ਮਨੀ ਹੀ ਰਹੂਗੀ so money ਕੀ ਹੈ it is defined as anything which is generally acceptable as medium of exchange at same time act as measure store of value standard of deferred payment functions ਕੀ ਨੇ ਸੋ ਕੁਝ ਪ੍ਰਾਇਮਰੀ ਫੰਕਸ਼ਨ ਨੇ ਸੈਕੰਡਰੀ ਫੰਕਸ਼ਨ ਨੇ ਕੰਟਿੰਜੈਂਟ ਫੰਕਸ਼ਨ ਨੇ ਸੋ ਸਭ ਤੋਂ ਬੇਸਿਕ ਪ੍ਰਾਇਮਰੀ ਦਾ ਮਤਲਬ ਹੈ ਸਭ ਤੋਂ ਬੇਸਿਕ ਫੰਕਸ਼ਨ ਮਾਧਿਅਮ ਹੈ ਐਕਸਚੇਂਜ ਦਾ ਲੈਣ ਦੇਣ ਕਰਦੇ ਆ ਇਹਦੀ ਆਪਣੀ ਇੱਕ ਵੈਲਿਊ ਹੈ ਦੂਜੇ ਨੰਬਰ ਤੇ ਇਹਦੀ ਜਿਹੜੀ ਵੈਲਿਊ ਹੈ ਉਹਨੂੰ ਸਟੋਰ ਕੀਤਾ ਜਾ ਸਕਦਾ ਹੈ ਟ੍ਰਾਂਸਫਰ ਕੀਤੀ ਜਾ ਸਕਦੀ ਹੈ ਆਪਾਂ ਆਪਣੇ ਬੈਂਕ ਦੇ ਵਿੱਚ ਕੈਸ਼ ਡਿਪੋਜ਼ਿਟ ਕਰਵਾਉਣੇ ਆਪਣੇ ਅਕਾਊਂਟਸ ਖਾਤੇ ਖੁਲਵਾ ਕੇ ਪੈਸੇ ਸੇਵ ਕਰਕੇ ਰੱਖਦੇ ਆ ਸੋ ਇਹ ਹੈਗੇ ਨੇ ਮਨੀ ਦੇ ਸੈਕੰਡਰੀ ਫੰਕਸ਼ਨ ਜਦੋਂ ਵੀ ਆਪਾਂ ਨੂੰ ਕਦੇ ਜ਼ਰੂਰਤ ਪਵੇ ਤਾਂ ਆਪਾਂ ਪੈਸਾ ਕਢਵਾ ਕੇ ਉਹਨੂੰ ਵਰਤ ਸਕਦੇ ਆ ਫਿਰ ਇਹ ਬੇਸਿਸ ਹੈ ਕ੍ਰੈਡਿਟ ਦਾ ਕਿਸੇ ਨੂੰ ਤੁਸੀਂ ਲੋਨ ਦੇਣਾ ਹੈ ਲੋਨ ਲੈਣਾ ਹੈ ਟੈਂਪਰੇਰੀ ਤੌਰ ਤੇ ਤੁਹਾਨੂੰ ਪੈਸੇ ਦੀ ਲੋੜ ਪੈਗੀ ਲਿਕੁਇਡਿਟੀ price mechanism maximum profit to producer maximum satisfaction to consumer producer ਨੂੰ maximum profit ਕਦੋਂ ਹੋਊਗਾ ਜਦੋਂ ਉਹਦੇ ਕੋਲ ਜ਼ਿਆਦਾ ਤੋਂ ਜ਼ਿਆਦਾ ਮਨੀ ਇਕੱਠੀ ਹੋ ਜੂ ਤੇ ਕੰਜ਼ਿਊਮਰ ਨੂੰ ਜਿਹਨੇ ਚੀਜ਼ ਲੈਣੀ ਆ ਉਹਨੂੰ ਵੀ ਉਦੋਂ ਹੀ ਸੈਟੀਸਫੈਕਸ਼ਨ ਹੋਊਗੀ ਜੇ ਆਪਣੇ ਕੋਲ ਬਹੁਤ ਪੈਸਾ ਹੈ ਆਪਾਂ ਨੂੰ ਪਤਾ ਹੈ ਕਿ ਆਪਣਾ ਜੋ ਦਿਲ ਕਰੇ ਆਪਾਂ ਲੈ ਸਕਦੇ ਆ ਤਾਂ ਆਪਾਂ ਨੂੰ ਉੱਥੇ ਮੈਕਸਿਮਮ ਸੈਟੀਸਫੈਕਸ਼ਨ ਹੋਊਗੀ ਜੇ ਆਪਣੀਆਂ ਸਾਰੀਆਂ ਨੀਡਸ ਵਾਂਟਸ ਪੂਰੀਆਂ ਹੋ ਰਹੀਆਂ ਨੇ ਜਿੰਨੀਆਂ ਵੀ ਆਪਣੀਆਂ ਇੱਛਾਵਾਂ ਨੇ ਸੋ ਮਨੀ ਮੈਕਸਿਮਮ ਸੈਟੀਸਫੈਕਸ਼ਨ ਦਿੰਦੀ ਹੈ ਕੰਜ਼ਿਊਮਰ ਨੂੰ ਮੈਕਸਿਮਮ ਪ੍ਰੋਫਿਟ ਦਿੰਦੀ ਹੈ ਪ੍ਰੋਡਿਊਸਰ ਨੂੰ ਮਨੀ ਹਮੇਸ਼ਾ ਤੋਂ
ਇਕਨੋਮੀ ਦੇ ਵਿੱਚ ਅਵੇਲੇਬਲ ਨਹੀਂ ਸੀ। ਪੈਸੇ ਦੇ ਲੈਣ ਦੇਣ ਵਾਲਾ ਜਿਹੜਾ ਮਾਧਿਅਮ ਹੈ, ਇਦੋਂ ਪਹਿਲਾਂ ਵੀ ਇੱਕ ਸਿਸਟਮ ਚੱਲਦਾ ਆ ਰਿਹਾ ਹੈ ਜਿਹਦਾ ਨਾਮ ਹੈ ਬਾਰਟਰ ਸਿਸਟਮ। ਉਰੇ ਕਿਸੇ ਨੇ ਕੋਈ ਗੁੱਡ ਸਰਵਿਸਿਜ਼ ਐਕਸਚੇਂਜ ਕਰਨੀਆਂ ਨੇ ਤਾਂ ਉੱਥੇ ਕੋਈ ਲੈਣਾ ਦੇਣਾ ਕਰਨਾ ਹੈ, ਕੋਈ ਇਸ ਤਰੀਕੇ ਦੀ ਟ੍ਰਾਂਜੈਕਸ਼ਨ ਕਰਨੀ ਹੈ, ਈਵਨ ਕਮਰਸ਼ੀਅਲ ਪਰਪਸ ਦੀ ਇਕਨੋਮਿਕ ਐਕਟੀਵਿਟੀ ਕਰਨੀ ਹੈ, ਕੋਈ ਬਿਜ਼ਨਸ ਕਰ ਰਿਹਾ ਹੈ, ਤਾਂ ਪੁਰਾਣੇ ਜ਼ਮਾਨੇ ਵਿੱਚ ਤੋਂ ਕੀ ਚੱਲਦਾ ਆ ਰਿਹਾ ਹੈ, ਜਦੋਂ ਮਨੀ ਅਵੇਲੇਬਲ ਨਹੀਂ ਸੀ ਉਦੋਂ ਗੁੱਡਸ ਦੇ ਬਦਲੇ ਗੁੱਡਸ ਦਿੱਤੀਆਂ ਜਾਂਦੀਆਂ ਸੀ। ਮੰਨ ਲਓ ਤੁਸੀਂ ਕਿਸੇ ਤੋਂ ਬਾਜ਼ਾਰ 'ਚ ਕਣਕ ਖਰੀਦਣ ਗਏ ਹੋ ਤੇ ਤੁਹਾਡਾ ਕੋਈ ਸ਼ੂਜ਼ ਦਾ ਕੰਮ ਹੈ ਜਾਂ ਤੁਹਾਡੇ ਘਰੇ ਕੋਈ ਕੱਪੜੇ ਪਏ ਨੇ, ਤੁਸੀਂ ਕੀ ਕਰਦੇ ਸੀ ਪੁਰਾਣੇ ਜ਼ਮਾਨੇ ਦੇ ਵਿੱਚ, ਕਣਕ ਦੇ ਬਦਲੇ ਜੋ ਚੀਜ਼ ਤੁਹਾਡੇ ਕੋਲ ਹੈ ਜੋ ਜਦੋਂ ਕਣਕ ਲੈਣ ਜਾ ਰਹੇ ਹੋ ਉਹ ਤੁਹਾਨੂੰ ਦੱਸ ਦੂਗਾ ਕਿ ਉਹ ਕਣਕ ਦੇ ਬਦਲੇ ਤੁਹਾਡੇ ਤੋਂ ਕਿੰਨੀ ਕੁਆਂਟੀਟੀ ਹੈ, ਉਹਦੇ ਬਦਲੇ 2 ਸ਼ਰਟਸ ਲੈਣੀਆਂ ਚਾਹ ਰਿਹਾ, 2 ਤੁਹਾਡੇ ਤੋਂ ਸ਼ੂਜ਼ ਦੇ ਜੋੜੇ ਲੈਣਾ ਚਾਹ ਰਿਹਾ। ਸੋ ਜੋ ਕੋਈ ਵੀ ਤੈਅ ਹੁੰਦਾ ਸੀ ਇੱਕ ਬੇਸਿਕ ਕਾਮਨ ਮੀਡੀਅਮ, ਉਸ ਚੀਜ਼ ਦੇ ਬਦਲੇ ਗੁੱਡਸ ਦਿੱਤੀਆਂ ਜਾਂਦੀਆਂ ਸੀ। ਸੋ ਡਾਇਰੈਕਟ ਐਕਸਚੇਂਜ ਹੁੰਦੀ ਸੀ, ਤੁਸੀਂ ਪੈਸਾ ਨਹੀਂ ਸੀ ਦਿੰਦੇ, ਕੋਈ ਚੀਜ਼ ਲੈਣੀ ਹੈ ਕਿਸੇ ਤੋਂ, ਗੁੱਡਸ ਲੈਣੀਆਂ ਨੇ ਤਾਂ ਉਹਦੇ ਬਦਲੇ ਗੁੱਡਸ ਹੀ ਦਿੰਦੇ ਸੀ ਵਿਦਆਊਟ ਯੂਜ਼ ਆਫ ਮਨੀ। ਤੇ ਇਸ ਪ੍ਰੋਸੈਸ ਨੂੰ ਜਿਹਦੇ ਵਿੱਚ ਇਸ ਐਕਸਚੇਂਜ ਦੇ ਮੀਡੀਅਮ ਨੂੰ ਜਿਹਦੇ ਵਿੱਚ ਸਿਰਫ ਗੁੱਡਸ ਦੇ ਬਦਲੇ ਗੁੱਡਸ ਹੁੰਦੀਆਂ ਸੀ, ਕੋਈ ਮਨੀ ਸਪਲਾਈ ਨਹੀਂ ਸੀ, ਉਹਦਾ ਨਾਮ ਸੀ ਬਾਰਟਰ ਐਕਸਚੇਂਜ। ਬਾਰਟਰ ਐਕਸਚੇਂਜ ਡਿਫਿਕਲਟੀਜ਼ ਬਹੁਤ ਸੀ, ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਕਈ ਵਾਰੀ ਕੀ ਹੁੰਦਾ ਸੀ ਜਦੋਂ ਕਣਕ ਲੈਣੀ ਹੁੰਦੀ ਸੀ ਜਾਂ ਆਟਾ ਕੁਝ ਵੀ ਲੈਣਾ ਹੁੰਦਾ ਸੀ ਤਾਂ ਉਹਦੇ ਬਦਲੇ ਤੁਸੀਂ ਸ਼ੂਜ਼ ਦਿੰਦੇ ਸੀ, ਘਰ 'ਚ ਪਿਆ ਪੁਰਾਣਾ ਸਮਾਨ ਦਿੰਦੇ ਸੀ। ਵੈਲਿਊ ਦੀ ਸਹੀ ਮੈਜ਼ਰਮੈਂਟ ਨਹੀਂ ਸੀ ਹੋ ਪਾਉਂਦੀ, ਕਦੇ ਲੈਣ ਵਾਲੇ ਨੂੰ ਨੁਕਸਾਨ ਹੋ ਜਾਣਾ, ਕਦੇ ਦੇਣ ਵਾਲੇ ਨੂੰ ਨੁਕਸਾਨ ਹੋ ਜਾਣਾ। ਡਬਲ ਕੋਇਨਸੀਡੈਂਸ ਆਫ ਵਾਂਟ, ਜ਼ਰੂਰੀ ਨਹੀਂ ਜਿਹਦੇ ਤੋਂ ਕਣਕ ਲੈ ਰਹੇ ਹੋ ਉਹਨੂੰ ਸ਼ੂਜ਼ ਦੀ ਹੀ ਲੋੜ ਹੋਵੇ, ਹੋ ਸਕਦਾ ਤੁਹਾਡੇ ਕੋਲ ਉਸ ਤੋਂ ਇਲਾਵਾ ਕੁਝ ਵੀ ਹੋਰ ਘਰ 'ਚ ਆਫਰ ਕਰਨ ਲਈ ਨਾ ਹੋਵੇ। ਸੋ ਇਸ ਤਰੀਕੇ ਨਾਲ ਡਿਫਿਕਲਟੀ ਬਹੁਤ ਆਉਂਦੀ ਸੀ ਗੁੱਡਸ ਦੀ ਐਕਸਚੇਂਜ ਵਿੱਚ, ਵੈਲਿਊ ਸਟੋਰ ਨਹੀਂ ਸੀ ਕਰਕੇ ਰੱਖ ਸਕਦੇ, ਡਿਵਿਜ਼ਿਬਿਲਿਟੀ ਬਹੁਤ ਜ਼ਿਆਦਾ ਸੀ। ਉਸ ਤੋਂ ਬਾਅਦ ਡਿਫਿਕਲਟੀ ਇਨ ਐਕਸਚੇਂਜ ਆਫ ਸਰਵਿਸਿਜ਼, ਤੁਸੀਂ ਜੇ ਕਿਸੇ ਦੀ ਕੋਈ ਸਰਵਿਸ ਲੈਣੀ ਹੈ, ਗੁੱਡਸ ਦੇ ਬਦਲੇ ਗੁੱਡਸ ਤਾਂ ਦੇ ਦੋਗੇ, ਪਰ ਜਿੱਥੇ ਗੱਲ ਆਉਂਦੀ ਸੀ ਸਰਵਿਸਿਜ਼ ਦੀ ਉੱਥੇ ਬਹੁਤ ਡਿਫਿਕਲਟੀ ਆਉਂਦੀ ਸੀ। ਕਿਸੇ ਸਕੂਲ ਦੇ ਵਿੱਚ ਕੋਈ ਗੁਰੂ ਹੁੰਦੇ ਸੀ, ਜਿਵੇਂ ਗੁਰੂਕੁਲ ਵਗੈਰਾ ਸੀ ਪੁਰਾਣੇ ਜ਼ਮਾਨੇ 'ਚ, ਪ੍ਰੋਪਰ ਸਕੂਲ ਸਿਸਟਮ ਨਹੀਂ ਸੀ, ਉੱਥੇ ਵੀ ਫਿਰ ਤੁਹਾਨੂੰ ਦਕਸ਼ਨਾ ਦੇ ਤੌਰ ਤੇ ਬਹੁਤ ਸੋਚਣਾ ਪੈਂਦਾ ਸੀ ਕਿ ਕੀ ਦਈਏ। ਕਈ ਵਾਰੀ ਕੀ ਹੁੰਦਾ ਸੀ ਬ੍ਰਾਹਮਣ ਸਮਾਜ ਦੇ ਵਿੱਚ ਸਿਰਫ ਉਹ ਹਾਈ ਕੁਆਲਿਟੀ ਦੀਆਂ ਚੀਜ਼ਾਂ ਹੀ ਲੈਂਦੇ ਸੀ ਪੜ੍ਹਾਈ ਦੇ ਬਦਲੇ, ਜੋ ਵੀ ਗੁਰੂਕੁਲ 'ਚ ਪੜ੍ਹਨ ਜਾਂਦੇ ਸੀ ਉਹਨਾਂ ਤੋਂ ਕੋਈ ਵੀ ਨਾਰਮਲ ਚੀਜ਼ ਨਹੀਂ ਸੀ ਐਕਸੈਪਟ ਕਰਦੇ, ਜਿਹੜੇ ਗੁਰੂ ਸੀ ਸਿੱਖਸ਼ਕ ਸੀ। ਸੋ ਉੱਥੇ ਬਹੁਤ ਡਿਫਿਕਲਟੀ ਆਉਂਦੀ ਸੀ, ਗਰੀਬ ਵਰਗ ਦੇ ਲੋਕਾਂ ਨੂੰ ਬਹੁਤ ਸੋਚਣਾ ਪੈਂਦਾ ਸੀ ਕਿ ਅਸੀਂ ਕੀ ਦਈਏ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ। ਸੋ ਇਸ ਤਰੀਕੇ ਨਾਲ ਜਿਹੜਾ ਬਾਰਟਰ ਐਕਸਚੇਂਜ ਸੀ ਉਹਦੇ ਵਿੱਚ ਕਾਫੀ ਜ਼ਿਆਦਾ ਡਿਫਿਕਲਟੀ ਸੀ, ਜਿਹੜੀਆਂ ਡਿਫਿਕਲਟੀਜ਼ ਨੂੰ ਓਵਰਕਮ ਕਰਨ ਦੇ ਲਈ ਹੌਲੀ ਹੌਲੀ ਮਨੀ ਦੀ ਡਿਵੈਲਪਮੈਂਟ ਕਰਨੀ ਪਈ। ਸਪਲਾਈ ਆਫ ਮਨੀ, ਟੋਟਲ ਸਟਾਕ ਆਫ ਮਨੀ, ਕਰੰਸੀ, ਨੋਟ, ਕੋਇਨ, ਜਿੰਨਾ ਬੈਂਕ 'ਚ ਪੈਸਾ ਪਿਆ, ਡਿਮਾਂਡ ਡਿਪੋਜ਼ਿਟ ਨੇ, ਇੱਕ ਪੁਆਇੰਟ ਆਫ ਟਾਈਮ ਤੇ ਇੱਕ ਸਮੇਂ ਉੱਤੇ ਜਿੰਨਾ ਵੀ ਪੂਰੀ ਇਕਨੋਮੀ ਦੇ ਵਿੱਚ ਪੈਸਾ ਮੌਜੂਦ ਹੈ, ਟੋਟਲ ਸਟਾਕ ਮੌਜੂਦ ਹੈ, ਉਹਦਾ ਨਾਮ ਹੈ ਸਪਲਾਈ ਆਫ ਮਨੀ। ਸੋ ਪਬਲਿਕ ਦੇ ਕੋਲ ਆਪਣੇ ਘਰ 'ਚ ਹੋਵੇ ਬਾਹਰ ਹੋਵੇ, ਕੋਇਨਸ ਨੇ, ਕਰੰਸੀ ਨੋਟ ਨੇ, ਬੈਂਕਾਂ ਦੇ ਖਾਤਿਆਂ 'ਚ ਪੈਸਾ ਪਿਆ, ਜਿੰਨਾ ਪਬਲਿਕ ਦਾ ਪੈਸਾ ਇੱਕ ਸਮੇਂ ਤੇ ਇੱਕ ਇਕਨੋਮੀ ਦੇ ਵਿੱਚ ਮੌਜੂਦ ਹੈ ਉਹਨੂੰ ਕਿਹਾ ਜਾਂਦਾ ਹੈ ਸਪਲਾਈ ਆਫ ਮਨੀ, ਕਿ ਇੰਨਾ ਪੈਸਾ ਇਸ ਟਾਈਮ ਸੋਸਾਇਟੀ ਦੇ ਵਿੱਚ ਅਵੇਲੇਬਲ ਹੈ। Supply of money do not include cash balance held by central state government। ਸੋ ਇਹ ਚੀਜ਼ ਤੁਸੀਂ ਨੋਟ ਕਰਨੀ ਹੈ ਜਦੋਂ ਆਪਾਂ supply of money, ਦੇਸ਼ ਦੇ ਅੰਦਰ ਕਿੰਨਾ ਪੈਸਾ ਮੌਜੂਦ ਹੈ, ਉਹਦੇ 'ਚ ਆਪਾਂ ਇਹ ਨਹੀਂ ਦੇਖਣਾ ਕਿ ਸੈਂਟਰ ਤੇ ਸਟੇਟ ਸਰਕਾਰ ਕੋਲ ਕਿੰਨਾ ਹੈ। ਉਰੇ ਆਪਾਂ ਗੱਲ ਕਰ ਰਹੇ ਹਾਂ ਨਾਰਮਲ ਇੰਡੀਵਿਜੂਅਲ ਪਬਲਿਕ ਦੇ ਪਰਸਪੈਕਟਿਵ ਤੋਂ। ਸਟਾਕ ਆਫ ਮਨੀ ਕਿੰਨਾ ਬੈਂਕਿੰਗ ਸਿਸਟਮ ਦੇ ਕੋਲ ਆ, as they are not in actual circulation, ਜਿੰਨਾ ਪੈਸਾ ਘੁੰਮ ਰਿਹਾ ਲੋਕਾਂ ਦਾ ਇੱਕ ਦੂਜੇ ਨੂੰ ਸਰਵਿਸਿਜ਼ ਦੇਣ ਦੇ ਵਿੱਚ, ਕੰਜ਼ਿਊਮਰ ਪ੍ਰੋਡਿਊਸਰ ਨੂੰ ਦੇ ਰਿਹਾ, ਪ੍ਰੋਡਿਊਸਰ ਅੱਗੇ ਦੇ ਰਿਹਾ ਕਿਸੇ ਨੂੰ, ਜਿੰਨਾ ਪੈਸਾ ਇਕਨੋਮਿਕ ਐਕਟੀਵਿਟੀਜ਼ ਉੱਤੇ ਦੇਸ਼ 'ਚ ਚੱਲ ਰਿਹਾ ਹੈ, ਲੋਕਾਂ ਦਾ ਪੈਸਾ ਜਿਹੜਾ ਅਲੱਗ-ਅਲੱਗ ਇਕਨੋਮਿਕ ਐਕਟੀਵਿਟੀਜ਼ 'ਚ ਲੱਗ ਰਿਹਾ ਹੈ, ਉਹ ਇੱਕ ਸਮੇਂ ਦੇ ਵਿੱਚ ਕਿੰਨਾ ਪੈਸਾ ਅਵੇਲੇਬਲ ਹੈ ਦੇਸ਼ ਦੇ ਅੰਦਰ, ਉਹਨੂੰ ਕਿਹਾ ਜਾਂਦਾ ਹੈ ਸਪਲਾਈ ਆਫ ਮਨੀ। ਮਨੀ ਸਪਲਾਈ ਨੂੰ ਮੈਜ਼ਰ ਕਰਨ ਦੇ ਅਲੱਗ-ਅਲੱਗ ਤਰੀਕੇ ਨੇ। ਸਭ ਤੋਂ ਪਹਿਲਾਂ ਮਨੀ ਸਪਲਾਈ ਨੂੰ ਮੈਜ਼ਰ ਜੇ ਕਰਨਾ ਹੈ ਤਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਮੀਨਿੰਗ ਵੀ ਦੱਸਿਆ ਕਿ ਪਬਲਿਕ ਦੇ ਕੋਲ ਕਿੰਨਾ ਪੈਸਾ, ਨਾਲ ਹੀ ਕਮਰਸ਼ੀਅਲ ਬੈਂਕ ਦੇ ਕੋਲ ਪਬਲਿਕ ਨੇ ਆਪਣਾ ਕਿੰਨਾ ਪੈਸਾ ਜਮ੍ਹਾਂ ਕਰਾਇਆ ਹੋਇਆ ਹੈ, ਨੈਟ ਡਿਮਾਂਡ ਡਿਪੋਜ਼ਿਟ ਕਿੰਨੀ ਹੈ ਕਮਰਸ਼ੀਅਲ ਬੈਂਕ ਦੇ ਕੋਲ, ਇਹ ਦੋ ਚੀਜ਼ਾਂ ਟੋਟਲ ਮੈਜ਼ਰ ਆਫ ਮਨੀ ਸਪਲਾਈ ਨੇ। ਸੋ M1 ਚਾਰ ਤਰੀਕੇ ਨਾਲ ਆਪਾਂ ਮਨੀ ਸਪਲਾਈ ਨੂੰ ਮੈਜ਼ਰ ਕਰ ਸਕਦੇ ਹਾਂ। ਇਹ ਚਾਰ ਢੰਗ ਨੇ ਜਿਹਦੇ ਨਾਲ ਆਪਾਂ ਇਹ ਪਤਾ ਲਗਾ ਸਕਦੇ ਹਾਂ ਕਿ ਇੱਕ ਪੁਆਇੰਟ ਆਫ ਟਾਈਮ ਤੇ ਇਕਨੋਮੀ ਦੇ ਵਿੱਚ ਲੋਕਾਂ ਦੇ ਕੋਲ ਕਿੰਨਾ ਪੈਸਾ।
ਕਰੰਸੀ, ਡਿਮਾਂਡ ਡਿਪੋਜ਼ਿਟ, ਅਦਰ ਡਿਪੋਜ਼ਿਟ, ਇਹ ਤਿੰਨੋਂ ਚੀਜ਼ਾਂ ਜੁੜ ਕੇ ਸਭ ਤੋਂ ਬੇਸਿਕ ਤੇ ਆਸਾਨ ਤਰੀਕਾ ਹੁੰਦਾ ਹੈ ਮਨੀ ਮੈਜ਼ਰਮੈਂਟ ਦਾ। ਦੂਜਾ, ਇਸ ਚੀਜ਼ ਦੇ ਵਿੱਚ ਜੇ ਆਪਾਂ ਪੋਸਟ ਆਫਿਸ ਸੇਵਿੰਗ ਐਡ ਕਰ ਦਈਏ, ਕਈ ਵਾਰੀ ਲੋਕਾਂ ਨੇ ਪੋਸਟ ਆਫਿਸ ਦੇ ਵਿੱਚ ਵੀ ਆਪਣੇ ਖਾਤੇ ਖੁਲਾਏ ਹੁੰਦੇ ਨੇ, ਸੇਵਿੰਗ ਡਿਪੋਜ਼ਿਟ ਹੁੰਦੇ ਨੇ, ਜੇ ਆਪਾਂ ਉਸ ਚੀਜ਼ ਨੂੰ ਐਡ ਕਰ ਦਈਏ ਤਾਂ ਸੈਕਿੰਡ ਤਰੀਕਾ ਆਜੂ ਜਿਹਦੇ ਨਾਲ ਆਪਾਂ ਹੋਰ ਵਾਈਡਰ ਵੇ ਦੇ ਨਾਲ, ਹੋਰ ਡੀਟੇਲਡ ਤਰੀਕੇ ਦੇ ਨਾਲ ਮਨੀ ਸਪਲਾਈ ਨੂੰ ਮਾਪ ਸਕਦੇ ਹਾਂ। ਫਿਰ ਜੇ ਆਪਾਂ ਇਸ M1 ਦੇ ਵਿੱਚ ਕਮਰਸ਼ੀਅਲ ਬੈਂਕ ਦੇ ਟਾਈਮ ਡਿਪੋਜ਼ਿਟ ਐਡ ਕਰ ਦਈਏ ਤਾਂ ਉਹ ਆਜੂ M3 ਤੇ M4 ਹੈ ਇਹਦੇ ਚ M3, M1 ਮਤਲਬ ਕਰੰਸੀ, coin, demand deposit, other deposit plus M3 ਕੀ ਸੀ? ਟਾਈਮ ਡਿਪੋਜ਼ਿਟ ਇੱਕ ਹੋਰ ਚੀਜ਼ ਸੀ, ਪਲੱਸ ਟੋਟਲ ਡਿਪੋਜ਼ਿਟ ਜਿੰਨਾ ਪੋਸਟ ਆਫਿਸ ਸੇਵਿੰਗ ਆਰਗੇਨਾਈਜੇਸ਼ਨ ਦੇ ਕੋਲ ਹੈ, ਜਿਹਦੇ ਚੋਂ NSC ਕੱਢ ਦੋ। NSC ਦੀ ਫੁੱਲ ਫਾਰਮ ਹੈ ਨੈਸ਼ਨਲ ਸੇਵਿੰਗ ਸਰਟੀਫਿਕੇਟ। ਸੋ ਇਹ ਜਿਹੜੇ ਆਪਣੇ ਕੋਲ ਆਉਣਗੀਆਂ ਚੀਜ਼ਾਂ, ਇਹ ਸਾਰੀਆਂ ਚੀਜ਼ਾਂ ਦੇ ਨਾਲ M4 ਬਣਦਾ ਹੈ ਮਨੀ ਸਪਲਾਈ ਨੂੰ ਮੈਜ਼ਰ ਕਰਨ ਦਾ ਚੌਥਾ ਤਰੀਕਾ। ਸੋ ਇਹ ਚਾਰਾਂ ਤਰੀਕਿਆਂ ਦੇ ਨਾਲ ਇੱਕ ਜਿਹੜੇ ਇਕਨੋਮਿਸਟ ਨੇ ਜਦੋਂ ਉਹਨਾਂ ਨੇ ਦੇਖਣਾ ਹੁੰਦਾ ਕਿ ਦੇਸ਼ 'ਚ ਕਿੰਨਾ ਪੈਸਾ ਮੌਜੂਦ ਹੈ, ਇਹਨਾਂ ਚੋਂ ਕਿਸੇ ਵੀ ਤਰੀਕੇ ਦੇ ਨਾਲ ਉਹ ਮੈਜ਼ਰ ਕਰ ਸਕਦੇ ਨੇ, ਉਹਨਾਂ ਨੂੰ ਸਹੀ ਪਤਾ ਚੱਲ ਜੂ ਕਿ ਇਸ ਟਾਈਮ ਕਿੰਨਾ ਪੈਸਾ ਪਬਲਿਕ ਦੇ ਕੋਲ ਆ, ਕਿੰਨਾ ਪੈਸਾ ਸਰਕੂਲੇਟ ਹੋ ਰਿਹਾ ਹੈ। ਹੁਣ ਇਹ ਪੈਸਾ ਮਨੀ, ਇਹਦੀ ਫਾਰਮਸ ਕੀ ਨੇ, ਕਿਸ ਕਿਸ ਤਰ੍ਹਾਂ ਦੇ ਨਾਲ ਆਪਾਂ ਆਪਣੇ ਕੋਲ ਜਿਹੜੀ ਮਨੀ ਹੈ ਉਹਨੂੰ ਹੋਲਡ ਕਰਕੇ ਰੱਖ ਸਕਦੇ ਹਾਂ। ਸੋ ਇਹਦੇ ਵਿੱਚ ਚਾਰ ਮੇਨ ਚੀਜ਼ਾਂ ਪੜਾਂਗੇ, ਡਿਮਾਂਡ ਡਿਪੋਜ਼ਿਟ DD, ਟਾਈਮ ਡਿਪੋਜ਼ਿਟ, ਫੀਅਟ ਮਨੀ ਤੇ ਨਾਟ ਲੀਗਲ ਟੈਂਡਰ, ਚੈਕਸ ਵਗੈਰਾ। ਪਹਿਲਾਂ ਦੇਖਦੇ ਹਾਂ ਡਿਮਾਂਡ ਡਿਪੋਜ਼ਿਟ ਕੀ ਹੈ। ਦ ਬੈਲੈਂਸ ਇਨ ਸੇਵਿੰਗ ਐਂਡ ਡਿਪੋਜ਼ਿਟ ਇਨ ਕਰੰਟ ਅਕਾਊਂਟ, ਸੇਵਿੰਗ ਅਕਾਊਂਟ ਜਿੰਨਾ ਪੈਸਾ ਪਿਆ ਤੇ ਕਰੰਟ ਅਕਾਊਂਟ ਵਿੱਚ ਜਿੰਨਾ ਡਿਪੋਜ਼ਿਟ ਕਰਵਾਇਆ ਹੋਇਆ ਹੈ ਤੇ ਜਿੰਨਾ ਪਬਲਿਕ ਦੇ ਕੋਲ ਹੈ ਕਮਰਸ਼ੀਅਲ ਬੈਂਕ ਦੇ ਵਿੱਚ, ਇਹ ਸਾਰਾ ਕੁਝ ਕੀ ਹੈ? ਮਨੀ ਹੈ। ਤੇ ਇਹ ਸਾਰੀਆਂ ਮਨੀ ਕਿਸ ਕੈਟੇਗਰੀ ਚ ਆਉਂਦੀਆਂ ਨੇ? ਡਿਮਾਂਡ ਡਿਪੋਜ਼ਿਟ। ਆਪਣੀ ਡਿਮਾਂਡ ਦੇ ਉੱਤੇ ਆਪਾਂ ਬੈਂਕ ਚ ਜਾ ਕੇ ਆਪਣੇ ਅਕਾਊਂਟ ਦੇ ਵਿੱਚ ਸੇਵ ਵੀ ਕਰਾ ਸਕਦੇ ਹਾਂ, ਕਢਵਾ ਵੀ ਸਕਦੇ ਹਾਂ। ਸੋ ਇਹ ਕੀ ਚੀਜ਼ਾਂ ਨੇ? ਡਿਮਾਂਡ ਡਿਪੋਜ਼ਿਟ। ਫਿਰ ਆਉਂਦੀ ਹੈ ਟਾਈਮ ਡਿਪੋਜ਼ਿਟ, ਉਹ ਡਿਪੋਜ਼ਿਟ ਜਿਹੜੇ ਆਪਾਂ ਬੈਂਕ ਚ ਜਾ ਕੇ ਆਪਾਂ ਦੇ ਕੇ ਆਉਂਦੇ ਹਾਂ, ਪੈਸਾ ਡਿਪੋਜ਼ਿਟ ਕਰਾ ਕੇ ਆਉਂਦੇ ਹਾਂ ਤੇ ਉਹਨਾਂ ਨੂੰ ਆਪਾਂ ਕੁਝ ਸਮੇਂ, ਜਿਹੜੀ ਇੱਕ ਲਿਮਿਟ ਹੈ, ਟਾਈਮ ਹੈ, ਉਦੋਂ ਬਾਅਦ ਵਿੱਚ ਹੀ ਵਿਡਰਾਅ ਕਰਾ ਸਕਦੇ ਹਾਂ। ਇਹ ਡਿਮਾਂਡ ਦੇ ਉੱਤੇ ਵਿਡਰਾਅ ਨਹੀਂ ਕਰਾਏ ਜਾ ਸਕਦੇ, ਇਹ ਆਪਣੀ ਮਰਜ਼ੀ ਨਾਲ ਆਪਾਂ ਕਢਵਾ ਨਹੀਂ ਸਕਦੇ। ਇਹਨਾਂ ਨੂੰ ਜਦੋਂ ਪਾਰਟਿਕੂਲਰ ਫਿਕਸਡ ਪੀਰੀਅਡ ਖਤਮ ਹੋ ਗਿਆ ਉਸ ਤੋਂ ਬਾਅਦ ਹੀ ਕਢਵਾ ਸਕਦੇ ਹਾਂ। ਸੋ ਡਿਪੋਜ਼ਿਟ which are fixed for a particular period and can only be drawn at time of maturity, ਜਦੋਂ ਉਹ ਪੀਰੀਅਡ ਖਤਮ ਹੋ ਗਿਆ ਡਿਪੋਜੀਸ਼ਨ ਦਾ ਉਸ ਤੋਂ ਬਾਅਦ ਹੀ ਕਢਵਾ ਸਕਦੇ ਹਾਂ, ਇਹ ਨੇ ਟਾਈਮ ਡਿਪੋਜ਼ਿਟ। Every currency note bear on its face a promise from the governor of RBI that if someone produce the note to RBI or any other commercial bank, RBI will be responsible for giving the person purchasing part equal to the value printed on the note and coin. So ਇਹਦਾ ਕੀ ਮਤਲਬ ਹੈ? ਜਿਹੜਾ ਵੀ ਕਰੰਸੀ ਨੋਟ ਹੈ, ਚਾਹੇ ਉਹ 5 ਰੁਪਏ ਦਾ, 10 ਰੁਪਏ ਦਾ, 100 ਹੈ, 2000 ਦਾ ਨੋਟ ਹੈ, ਉਹਦੀ ਫੇਸ ਵੈਲਿਊ ਉਸ ਨੋਟ ਦੀ। RBI ਨੇ ਇਹ ਕਿਹਾ ਕਿ ਜੇ ਕੋਈ ਵੀ ਬੰਦਾ ਇਹ ਨੋਟ ਲੈ ਕੇ ਬੈਂਕ ਦੇ ਕੋਲ ਜਾ ਰਿਹਾ ਤਾਂ ਜਿੰਨੇ ਉਹਦੇ ਕੋਲ ਪੈਸੇ ਨੇ, ਜਿੰਨੇ ਨੋਟ ਨੇ, ਉਹਨੂੰ ਉਸ ਨੋਟ ਦੀ ਪਰਚੇਜ਼ਿੰਗ ਪਾਵਰ, ਉਹਨੇ ਦੀ ਉਹ ਖਰੀਦ ਕਰ ਸਕਦਾ ਹੈ, ਉਹਨੂੰ ਉਹਦੀ ਪੂਰੀ ਦੀ ਪੂਰੀ ਵੈਲਿਊ ਮਿਲੂਗੀ ਐਜ਼ ਇਟ ਇਜ਼। ਸੋ ਇਹ ਹੈ ਮੇਨ ਜਿਹੜੀ ਗਾਈਡਲਾਈਨ ਹੈ ਗਵਰਨਰ ਆਫ RBI ਦੀ। ਸੈਕਿੰਡ ਆਉਂਦੀ ਹੈ ਫੀਅਟ ਮਨੀ, ਜਿੰਨੇ ਵੀ ਕਰੰਸੀ ਨੋਟ ਨੇ, ਕੋਇਨਸ ਨੇ, ਜਿਹੜੇ ਕਿ ਆਪਾਂ ਬੈਂਕ ਦੇ ਵਿੱਚ ਜਮ੍ਹਾਂ ਨਹੀਂ ਕਰਾਏ, ਜਿਹੜੇ ਵੀ ਆਪਣੇ ਕੋਲ ਨਾਰਮਲ ਕਰੰਸੀ ਨੋਟ ਤੇ ਆਪਾਂ ਕੋਇਨਸ ਦੀ ਗੱਲ ਕਰ ਰਹੇ ਹਾਂ, ਉਹ ਡਿਜੀਟਲ ਮਨੀ ਦੀ ਗੱਲ ਨਹੀਂ ਕਰ ਰਹੇ, ਇਹ ਹੈ ਫੀਅਟ ਮਨੀ। They do not have intrinsic value like gold and silver. They are legal tenders. They cannot be refused by any citizen of the country for settlement of any kind of transaction. So basically ਇਹਦਾ ਕੀ ਮਤਲਬ ਹੈ? ਜਿਹੜੀ ਫੀਅਟ ਮਨੀ ਹੈ, ਕੋਇਨ ਨੇ, ਕਰੰਸੀ ਨੋਟ ਨੇ, ਇਹਨਾਂ ਦੀ ਕੋਈ ਆਪਣੀ ਫੇਸ ਵੈਲਿਊ ਨਹੀਂ ਹੈ। ਮਤਲਬ ਕਿ ਜਿਵੇਂ ਸੋਨਾ ਹੈ, ਸਿਲਵਰ ਹੈ, ਉਹਨਾਂ ਦੀ ਕਦੇ ਵੈਲਿਊ ਦੇ ਅਕੋਰਡਿੰਗ, ਡਿਮਾਂਡ ਦੇ ਅਕੋਰਡਿੰਗ ਕਦੇ ਕੀਮਤ ਵੱਧ ਜਾਂਦੀ ਹੈ, ਕਦੇ ਘਟ ਜਾਂਦੀ ਹੈ। ਬਟ ਜਿਹੜੀ ਕੋਇਨ ਹੈ, ਕਰੰਸੀ ਨੋਟ ਹੈ, ਜੋ 5 ਰੁਪਏ ਦਾ 5 ਦਾ ਹੀ ਰਹੂਗਾ। ਇਸੇ ਲਈ ਇਹਨੂੰ ਆਪਾਂ ਲੀਗਲ ਟੈਂਡਰ ਵੀ ਕਹਿੰਦੇ ਹਾਂ। ਲੀਗਲ ਟੈਂਡਰ ਦਾ ਮਤਲਬ ਹੈ ਕਿ ਕੋਈ ਵੀ ਇਨਸਾਨ, ਆਪਣੇ ਇੰਡੀਆ ਦਾ ਸਿਟੀਜ਼ਨ, ਮਨਾ ਨਹੀਂ ਕਰ ਸਕਦਾ ਕਿ ਜੇ ਤੁਸੀਂ ਸਾਨੂੰ ਇਹ ਫੀਅਟ ਮਨੀ ਦੇ ਵਿੱਚ ਟ੍ਰਾਂਜੈਕਸ਼ਨ ਕਰ ਰਹੇ ਹੋ, ਸਾਨੂੰ ਕੈਸ਼ ਦੇ ਵਿੱਚ, ਕੋਇਨਸ ਦੇ ਵਿੱਚ ਪੈਸੇ ਦੇ ਰਹੇ ਹੋ, ਤਾਂ ਅਸੀਂ ਇਹਨੂੰ ਮੰਨਦੇ ਨਹੀਂ। ਹਰ ਕਿਸੇ ਨੂੰ ਮੰਨਣਾ ਪਊਗਾ ਇਸ ਵੈਲਿਊ ਨੂੰ, ਇਸ ਮਨੀ ਨੂੰ। ਜਿਹੜੇ ਫੀਅਟ ਮਨੀ ਹੈ, ਨੋਟਸ ਹੈ, ਕੋਇਨ ਹੈ, ਉਹ ਲੈ ਕੇ ਜਿੰਨੀ ਉਹਨਾਂ ਦੀ ਵੈਲਿਊ ਬਣਦੀ ਹੈ, ਉਸਦੇ ਬਦਲੇ ਜੋ ਇਨਸਾਨ ਚੀਜ਼ ਚਾਹੁੰਦਾ ਉਹਨੂੰ ਦੇਣੀ ਪਊਗੀ।
डिमांड डिपॉजिट चेक कैन बी रिफ्यूज्ड बाय एनीवन, पर ਜਿਹੜੇ डिमांड डिपॉजिट ने चेक है डी है, ਜੇ ਉਹਨਾਂ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਲੱਗਦੀ ਹੈ, ਉਹਨਾਂ ਦੀ ਪੇਮੈਂਟ ਨਹੀਂ ਹੋ ਪਾ ਰਹੀ, ਬਾਉਂਸ ਹੋ ਰਹੇ ਨੇ, ਤਾਂ ਉਹਨਾਂ ਨੂੰ ਰਿਫਿਊਜ਼ ਕੀਤਾ ਜਾ ਸਕਦਾ, ਬੈਂਕ ਮਨਾ ਕਰ ਸਕਦੇ ਨੇ ਕਿ ਅਸੀਂ ਤੁਹਾਡਾ ਚੈੱਕ ਐਕਸੈਪਟ ਨਹੀਂ ਕਰਦੇ। ਸੋ ਜਿਹੜੇ ਚੈੱਕ ਹੈ ਡਿਮਾਂਡ ਡਿਪੋਜ਼ਿਟ ਹੈ, ਇਹ ਲੀਗਲ ਟੈਂਡਰ ਨਹੀਂ ਹੈ। ਕੋਇਨ ਹੈ, ਕਰੰਸੀ ਹੈ, ਉਹਨੂੰ ਕੋਈ ਮਨਾ ਨਹੀਂ ਕਰ ਸਕਦਾ, ਉਹ ਕਦੇ ਬਾਉਂਸ ਨਹੀਂ ਹੋ ਸਕਦੀ, ਉਹ ਕਦੇ ਖਰਾਬ ਅਨਟਿਲ ਐਂਡ ਅਨਲੈਸ ਕਿ ਉਹ ਫੇਕ, ਉਹਦੇ ਲਈ ਅਲੱਗ ਤੋਂ ਆਪਣੇ ਕੋਲ ਪੀਨਲ ਕੋਡ ਹੈ, ਆਈਪੀਸੀ ਹੈ, ਜਿਹਦੇ ਅੰਦਰ ਕੀ ਪਨਿਸ਼ਮੈਂਟਸ ਹੈ, ਜੇ ਕੋਈ ਫੇਕ ਕਰੰਸੀ ਵਗੈਰਾ ਕਰਵਾ ਰਿਹਾ ਹੈ, ਪਬਲਿਸ਼ ਕਰਵਾ ਰਿਹਾ ਹੈ, ਪ੍ਰਿੰਟ ਕਰਵਾ ਰਿਹਾ ਹੈ, ਬਟ ਉਰੇ ਆਪਾਂ ਸਿੱਧੀ ਸਹੀ ਜਿਹੜੀ ਰੀਅਲ ਮਨੀ ਆ ਉਹਦੀ ਗੱਲ ਕਰ ਰਹੇ ਹਾਂ। ਸੋ ਚੈਕਸ ਵਗੈਰਾ ਬਾਉਂਸ ਹੋ ਸਕਦੇ ਨੇ, ਰਿਫਿਊਜ਼ ਕੀਤੇ ਜਾ ਸਕਦੇ ਨੇ, ਕਿਉਂਕਿ ਇਹ ਲੀਗਲ ਟੈਂਡਰ ਨਹੀਂ ਹੈ, ਬਟ ਕਰੰਸੀ ਨੋਟ ਕੋਇਨ ਇਹ ਲੀਗਲ ਟੈਂਡਰ ਹੈ। ਸੋ ਇੱਕ ਬਹੁਤ ਹੀ ਇੰਪੋਰਟੈਂਟ ਕੁਐਸਚਨ ਬਣਦਾ ਹੈ ਕਿ ਕਿਹੜੀਆਂ ਚੀਜ਼ਾਂ ਲੀਗਲ ਟੈਂਡਰ ਚ ਆਉਂਦੀਆਂ ਨੇ, ਕਿਹੜੀਆਂ ਨਹੀਂ ਆਉਂਦੀਆਂ। ਸੋ ਤੁਸੀਂ ਇਹ ਯਾਦ ਰੱਖਣਾ। ਹੁਣ ਆਉਂਦਾ ਕ੍ਰੈਡਿਟ ਕ੍ਰੀਏਸ਼ਨ। ਕਮਰਸ਼ੀਅਲ ਬੈਂਕ ਨੇ ਜਿਹੜੇ ਕਿ ਆਪਾਂ ਨੇ ਆਪਣੇ ਬੈਂਕਿੰਗ ਹੈਡ ਦੇ ਅੰਦਰ ਪੜ੍ਹੇ ਆ, ਕਮਰਸ਼ੀਅਲ ਬੈਂਕ ਚ ਪ੍ਰਾਈਵੇਟ, ਪਬਲਿਕ, ਫੋਰਨ ਬੈਂਕ, ਆਰਆਰਬੀਜ਼, ਇਹ 4 ਤਰ੍ਹਾਂ ਦੇ ਬੈਂਕ ਆਉਂਦੇ ਨੇ, ਠੀਕ ਹੈ। ਤੇ ਕ੍ਰੈਡਿਟ ਕ੍ਰੀਏਸ਼ਨ ਕੀ ਹੈ? ਇਹ ਕਮਰਸ਼ੀਅਲ ਬੈਂਕ ਦਾ ਇੱਕ ਇੰਪੋਰਟੈਂਟ ਫੰਕਸ਼ਨ ਹੈ। ਕਮਰਸ਼ੀਅਲ ਬੈਂਕ ਚ ਕੌਣ ਆਉਂਦਾ ਹੈ? ਪ੍ਰਾਈਵੇਟ, ਪਬਲਿਕ, ਫੋਰਨ ਐਂਡ ਆਰਆਰਬੀ। ਤੁਸੀਂ ਜਦੋਂ ਇੱਕ ਟੌਪਿਕ ਨੂੰ ਪੜ੍ਹ ਰਹੇ ਹੋ, ਜੋ ਉਹਦੇ ਵਿੱਚ ਕਿਸੇ ਹੋਰ ਟੌਪਿਕ ਦੀ ਕੋਈ ਵੀ ਟਰਮ ਆ ਰਹੀ ਹੈ, ਤਾਂ ਉਸੇ ਟਾਈਮ ਉਹਨੂੰ ਦੁਬਾਰਾ ਆਪਣੇ ਦਿਮਾਗ ਦੇ ਵਿੱਚ ਰਿਵਾਈਜ਼ ਕਰੋ, ਲਿਖ ਲਓ ਉਹਨੂੰ ਦੁਬਾਰਾ, ਬਿਕੋਜ਼ ਇਹਦੇ ਨਾਲ ਕੀ ਹੈ ਕਿ ਤੁਹਾਡੇ ਨਾਲ ਦੀ ਨਾਲ ਸਾਰੇ ਕਨਸੈਪਟ ਪੱਕੇ ਹੁੰਦੇ ਜਾਣਗੇ। So credit creation is one of the most important function of a commercial bank. Banks can create credit out of the deposit. So ਇਸ ਤਰ੍ਹਾਂ ਦੇ ਨਾਲ ਜਿਹੜੇ ਇਹ 4 ਕੈਟੇਗਰੀਜ਼ ਆਪਾਂ ਨੇ ਦੇਖ ਲਿਆ, ਤੇ ਇਹਨਾਂ ਦੇ ਜਿਹੜੇ ਬੈਂਕ ਨੇ ਉਹ ਜਿਹੜੇ ਵੀ ਇਹਨਾਂ ਦੇ ਕੋਲ ਡਿਪੋਜ਼ਿਟ ਹੁੰਦੇ ਨੇ, ਉਹਨਾਂ ਡਿਪੋਜ਼ਿਟਸ ਦੇ ਵਿੱਚੋਂ ਹੀ ਕ੍ਰੈਡਿਟ ਕ੍ਰੀਏਟ ਕਰ ਸਕਦੇ ਨੇ। ਜਿਵੇਂ ਫॉर ਐਗਜ਼ਾਮਪਲ ਮੈਂ ਆਪਣਾ ਅਕਾਊਂਟ ਖੁਲਵਾਇਆ, ਉਹਦੇ 'ਚ ਕੁਝ ਪੈਸੇ ਦੇ ਆਈ, ਸੇਵਿੰਗ ਅਕਾਊਂਟ ਖੁਲਵਾਤਾ, ਤਾਂ ਜਦੋਂ ਤੱਕ ਮੈਨੂੰ ਜ਼ਰੂਰਤ ਨਹੀਂ ਪੈਂਦੀ, ਬੈਂਕ ਉਹ ਪੈਸੇ ਨੂੰ ਕਿਸੇ ਹੋਰ ਇਨਸਾਨ ਨੂੰ ਲੈਂਡ ਕਰ ਸਕਦਾ, ਦੇ ਸਕਦਾ, ਲੋਨ ਦੇ ਸਕਦਾ, ਕ੍ਰੈਡਿਟ ਦੇ ਸਕਦਾ। ਸੋ ਇਹਦੇ ਨਾਲ ਇਹਨੂੰ ਆਪਾਂ ਕ੍ਰੈਡਿਟ ਕ੍ਰੀਏਸ਼ਨ ਕਹਿੰਦੇ ਹਾਂ, ਕਿ ਕਿਵੇਂ ਇੱਕ ਇਨਸਾਨ ਦੇ ਪੈਸੇ ਨਾਲ ਦੂਜੇ ਇਨਸਾਨ ਨੂੰ ਪੈਸਾ ਦੇ ਕੇ ਬੈਂਕ ਕਰੰਸੀ ਨੂੰ ਮਲਟੀਪਲਾਈ ਕਰਕੇ ਉਹਦੇ ਤੋਂ ਇੰਟਰਸਟ ਕ੍ਰੈਡਿਟ ਜਨਰੇਟ ਕਰਦੇ ਨੇ। ਕ੍ਰੈਡਿਟ ਕ੍ਰੀਏਸ਼ਨ ਇਜ਼ ਆਲਸੋ ਕਾਲਡ, ਇਹਨੂੰ ਆਪਾਂ ਮਨੀ ਕ੍ਰੀਏਸ਼ਨ ਜਾਂ ਡਿਪੋਜ਼ਿਟ ਕ੍ਰੀਏਸ਼ਨ ਵੀ ਕਹਿੰਦੇ ਆ। Therefore, commercial banks are also known as creator of money or credit. So ਇਸੇ ਲਈ commercial bank ਨੂੰ ਕਿਹਾ ਜਾਂਦਾ ਹੈ creator of money or credit. All the instruments of credit control may broadly be divided into 2 categories. ਹੁਣ ਇਹ ਜਿਹੜਾ credit ਹੈ, ਇਹਨੂੰ ਕੰਟਰੋਲ ਕਰਨ ਲਈ ਇਸ ਇਹ ਤਾਂ ਨਹੀਂ ਹੈਗਾ ਕਿ ਬੈਂਕ ਆਪਣੀ ਮਰਜ਼ੀ ਨਾਲ ਜਿੰਨਾ ਮਰਜ਼ੀ ਪੈਸਾ ਕ੍ਰੀਏਟ ਕਰੀ ਜਾਣ। ਇਹਨੂੰ ਕੰਟਰੋਲ ਕਰਨ ਦੇ ਲਈ ਕੁਝ ਪਾਲਿਸੀਜ਼ ਨੇ। ਸੈਂਟਰਲ ਬੈਂਕ ਦੀ ਇੱਕ ਮੋਨੇਟਰੀ ਨਾਮ ਦੀ ਪਾਲਿਸੀ ਹੈ, ਜਿਹੜੀ ਉਹ ਪਾਲਿਸੀ ਹੈ ਉਹ ਰੈਗੂਲੇਟ ਕਰਦੀ ਹੈ ਕਿ ਕਿੰਨੀ ਇਕਨੋਮੀ ਦੇ ਵਿੱਚ ਸਪਲਾਈ ਹੋਊਗੀ, ਕਿੰਨਾ ਕ੍ਰੈਡਿਟ ਜਾਊ, ਕਿੰਨਾ ਲੋਨ ਜਾਊਗਾ ਮਨੀ ਦਾ। ਸੋ ਜਿਹੜੀ ਇਹ ਕ੍ਰੈਡਿਟ ਕੰਟਰੋਲ ਹੈ, ਇਹਨਾਂ ਨੂੰ ਆਪਾਂ ਇੰਸਟਰੂਮੈਂਟਸ ਆਫ ਮੋਨੇਟਰੀ ਪਾਲਿਸੀ ਵੀ ਕਹਿੰਦੇ ਆ। ਇਹ 2 ਤਰ੍ਹਾਂ ਦੇ ਨੇ, ਕੁਆਂਟੀਟੇਟਿਵ, ਕੁਆਲਿਟੇਟਿਵ। ਕੁਆਂਟੀਟੇਟਿਵ ਕ੍ਰੈਡਿਟ ਕੰਟਰੋਲ ਮੈਥਡਸ, ਕੁਆਲਿਟੇਟਿਵ ਜਾਂ ਸਿਲੈਕਟਿਵ ਮੈਥਡ ਵੀ ਕਹਿੰਦੇ ਆ ਇਹਨਾਂ ਨੂੰ ਆਪਾਂ। ਜਿਹੜੇ ਕੁਆਂਟੀਟੇਟਿਵ ਮੈਥਡ ਨੇ, ਇਹ ਉਹ ਇੰਸਟਰੂਮੈਂਟ ਨੇ ਜਿਹੜੇ ਕਿ ਅਫੈਕਟ ਕਰਦੇ ਨੇ ਕ੍ਰੈਡਿਟ ਨੂੰ, ਤੇ ਸਾਰੇ ਸੈਕਸ਼ਨਸ ਜਿੰਨੇ ਵੀ ਇਕਨੋਮੀ ਦੇ ਸੈਕਸ਼ਨ ਨੇ, ਓਵਰਆਲ ਜਿੰਨੀ ਪੋਪੂਲੇਸ਼ਨ ਹੈ, ਉਹਨੂੰ ਇਹ ਪ੍ਰੋਪਰਲੀ ਟਾਰਗੇਟ ਕਰਦੇ ਨੇ। ਤੇ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਕਿ ਕੁਆਂਟੀਟੇਟਿਵ ਦੇ ਵਿੱਚ ਕਿਹੜੇ ਮੈਥਡ ਆਉਂਦੇ ਨੇ। ਪਹਿਲਾ ਆਉਂਦਾ ਬੈਂਕ ਰੇਟ ਪਾਲਿਸੀ। ਹੁਣ ਦੇਖੋ, ਇਹ ਤਾਂ ਨਹੀਂ ਕਿ ਜਿੰਨਾ ਮਰਜ਼ੀ ਲੋਨ ਦੇਈ ਜਾਵੇ ਬੈਂਕ ਕਿਸੇ ਨੂੰ। ਬੈਂਕ ਹੈ ਜਿਹੜੇ, ਉਹਨਾਂ ਨੇ ਆਪਣਾ ਇੱਕ ਰੇਟ ਤਿਆਰ ਕੀਤਾ ਹੋਇਆ, ਜਿਹਦੇ ਵਿੱਚ ਕਿ ਜਿਹੜਾ ਸੈਂਟਰਲ ਬੈਂਕ ਹੈ, ਆਰਬੀਆਈ ਹੈ, ਉਹ ਕਮਰਸ਼ੀਅਲ ਬੈਂਕ ਨੂੰ ਲੋਨ ਦਿੰਦਾ। ਸੋ ਬੈਂਕ ਰੇਟ ਉਹ ਰੇਟ ਆ ਜਿਹਦੇ ਅੰਦਰ ਕਿ ਸੈਂਟਰਲ ਬੈਂਕ ਆਰਬੀਆਈ ਕਮਰਸ਼ੀਅਲ ਬੈਂਕ ਨੂੰ ਲੋਨ ਦਿੰਦਾ, ਚਾਹੇ 3%, 4%, 5%, 6%, ਉਹ ਹਰ ਸਾਲ ਜਾਂ ਕੁਝ ਟਾਈਮ ਪੀਰੀਅਡ ਬਾਅਦ ਜਿਹੜਾ ਸੈਂਟਰਲ ਬੈਂਕ ਹੈ ਉਹ ਟਾਈਮ ਟੂ ਟਾਈਮ ਦੱਸਦਾ ਰਹਿੰਦਾ ਵੀ ਇੰਨਾ ਬੈਂਕ ਰੇਟ ਹੈ, ਹੁਣ ਇੰਨਾ ਹੈ, ਐਜ਼ ਪਰ ਦ ਇਕਨੋਮਿਕ ਰਿਕੁਆਇਰਮੈਂਟ। So bank rate ਕੀ ਹੈ? It is the rate at which central bank provide loan to commercial bank. The increase in bank rate by central bank increase the cost of fund to commercial bank, which in turn is passed on to customer. ਜੇ bank rate ਵੱਧ ਰਿਹਾ, ਜੋ ਜ਼ਿਆਦਾ ਇੰਟਰਸਟ ਦੇ ਉੱਤੇ ਦੇ ਰਹੇ ਪੈਸੇ, ਤਾਂ ਉਹਦੇ ਨਾਲ ਕੀ ਹੈ, ਜਿਹੜੇ ਕਮਰਸ਼ੀਅਲ ਬੈਂਕ ਦੇ ਕੋਲ ਪੈਸਾ ਪਿਆ, ਫੰਡ ਪਿਆ, ਉਹਨਾਂ ਦੀ ਵੀ ਕਾਸਟ ਵੱਧ ਜੂਗੀ। ਅਲਟੀਮੇਟਲੀ ਉਹ ਕਾਸਟ ਕਿਹਦੇ ਕੋਲੋਂ ਪੂਰੀ ਕੀਤੀ ਜਾਂਦੀ ਹੈ? ਕਸਟਮਰਸ ਦੇ ਕੋਲੋਂ।
ਸੋ ਇਸ ਤਰ੍ਹਾਂ ਦੇ ਨਾਲ ਸਾਰਾ ਸਰਕਲ ਚੱਲਦਾ ਹੈ ਆਪਣੇ ਸੈਂਟਰਲ ਬੈਂਕ ਤੋਂ ਕਮਰਸ਼ੀਅਲ ਬੈਂਕਸ ਤੇ ਉੱਥੋਂ ਕਸਟਮਰ ਤੱਕ। ਜਿਹੜੀ ਹਾਈ ਰੇਟ ਆਫ ਇੰਟਰਸਟ ਹੈ, ਜੇ ਆਪਾਂ ਨੂੰ ਕਿਤੇ ਜ਼ਿਆਦਾ ਇੰਟਰਸਟ ਦੇ ਉੱਤੇ ਲੋਨ ਮਿਲੂ, ਆਬਵੀਅਸ ਆਪਾਂ ਨਹੀਂ ਲਵਾਂਗੇ। ਸੋ ਇਹਦੇ ਨਾਲ ਲੋਨ ਦੀ ਡਿਮਾਂਡ ਘਟਦੀ ਹੈ ਤੇ ਨਾਲ ਦੀ ਨਾਲ ਜਿਹੜਾ ਇਕਨੋਮੀ ਹੈ, ਆਪਣੀ ਮਾਰਕੀਟ ਹੈ, ਉਹਦੇ ਵਿੱਚ ਪੈਸਾ ਵੀ ਘਟ ਜਾਊ ਜਦੋਂ ਲੋਕ ਘੱਟ ਲੋਨ ਲੈਣਗੇ। ਸੋ ਇਹ ਕਦੋਂ ਕੀਤਾ ਜਾਂਦਾ ਹੈ? ਬੈਂਕ ਰੇਟ ਨੂੰ ਉਦੋਂ ਵਧਾਇਆ ਜਾਂਦਾ ਹੈ ਜਦੋਂ ਇਨਫਲੇਸ਼ਨ ਹੋ ਜਾਵੇ ਇਕਨੋਮੀ ਦੇ ਵਿੱਚ, ਆਪਾਂ ਨੂੰ ਘੱਟ ਪੈਸਾ ਇਕਨੋਮੀ ਦੇ ਵਿੱਚ ਆਪਾਂ ਕਹਿੰਦੇ ਆ ਵੀ ਨਾ ਜਾ, ਘੱਟ ਤੋਂ ਘੱਟ ਪੈਸਾ ਇਕਨੋਮੀ ਦੇ ਵਿੱਚ ਜਾਵੇ। ਸੋ ਇਹਦੇ ਨਾਲ ਕੀ ਹੈ, ਜਿਹੜੀ ਫਾਈਟ ਹੈ ਡਿਫਲੇਸ਼ਨਰੀ ਸਿਚੁਏਸ਼ਨ ਦੀ, ਉਹਨੂੰ ਆਪਾਂ ਰਿਡਿਊਸ ਕਰ ਸਕਦੇ ਹਾਂ। ਸੋ ਹਾਈ ਰੇਟ ਆਫ ਇੰਟਰਸਟ ਰਿਡਿਊਸ ਡਿਮਾਂਡ ਫॉर ਲੋਨ। ਸੋ ਉਰੇ ਤੁਸੀਂ ਨਾਲ ਦੇ ਨਾਲ ਛੋਟੇ ਛੋਟੇ ਚਾਰਟ ਬਣਾ ਲਓ ਕਿ ਜੇ ਜ਼ਿਆਦਾ ਇੰਟਰਸਟ ਹੈ, demand of loan decreases, leads to control of inflation। ਸੋ ਇਹਦੇ ਨਾਲ ਤੁਹਾਨੂੰ ਫੈਕਚੁਅਲ ਕਲੈਰਿਟੀ ਹੋ ਜੂਗੀ ਜੋ ਤੁਸੀਂ ਸ਼ਾਰਟ ਨੋਟਸ ਬਣਾ ਲੈਂਦੇ ਹੋ। ਹਾਈ ਰੇਟ ਆਫ ਇੰਟਰਸਟ reduce demand for loan and thus the quantity of credit money in economy which squeezes aggregate demand in the economy। ਜਿਹੜੀ demand ਹੈ ਉਹਨੂੰ squeeze ਕਰ ਦੂ, ਉਹਨੂੰ ਨਿਚੋੜ ਲੂ। Bank rate is increased to control inflation and it is reduced to fight deflationary situation in the economy। ਜੇ economy ਵਿੱਚ ਜ਼ਿਆਦਾ ਪੈਸੇ ਦੀ ਲੋੜ ਹੈ, deflation ਆ ਰਹੀ ਹੈ, inflation ਦਾ ਉਲਟਾ, inflation ਕੀ ਹੁੰਦਾ? ਵਧਨੇ ਰੇਟ, deflation ਘਟਨੇ। ਸੋ ਆਪਾਂ ਨੂੰ ਜ਼ਿਆਦਾ ਚਾਹੀਦੀ ਹੈ, ਲੋਕਾਂ ਦੀ ਡਿਮਾਂਡ ਘੱਟ ਹੈ, ਆਪਾਂ ਚਾਹੁੰਦੇ ਕਿ ਲੋਕ ਆਪਣੇ ਵੱਲ ਅਟਰੈਕਟ ਹੋਣ। ਬੈਂਕ ਕੀ ਕਰੂ? ਸਸਤੇ ਰੇਟ ਦੇ ਉੱਤੇ ਲੋਨ ਦੇਣ ਲੱਗ ਜੂ, ਜਿਹਦੇ ਨਾਲ ਲੋਕ ਅਟਰੈਕਟ ਹੋ ਕੇ ਜ਼ਿਆਦਾ ਲੋਨ ਲੈਣਗੇ, ਜ਼ਿਆਦਾ ਮਾਰਕੀਟ ਦੇ ਵਿੱਚ ਪੈਸਾ ਜਾਊਗਾ। ਸੋ ਇਟ ਇਜ਼ reduced to fight the deflationary situation in the economy। ਸੋ ਇਸ ਤਰ੍ਹਾਂ ਦੇ ਨਾਲ ਮਨੀ ਕੰਟਰੋਲ ਦੇ ਜਿਹੜੇ ਮੈਥਡ ਨੇ ਉਹ ਚੱਲਦੇ ਨੇ। ਦੂਜਾ ਆਉਂਦਾ ਓਪਨ ਮਾਰਕੀਟ ਆਪਰੇਸ਼ਨ। ਓਪਨ ਮਾਰਕੀਟ ਆਪਰੇਸ਼ਨ ਦਾ ਮਤਲਬ ਹੈ ਜਦੋਂ ਕਿ ਜਿਹੜੀ ਗਵਰਨਮੈਂਟ ਦੀਆਂ ਸਿਕਿਉਰਿਟੀ ਨੇ, ਸਰਕਾਰ ਦੀਆਂ ਸਿਕਿਉਰਿਟੀ ਨੇ, ਉਹਨਾਂ ਨੂੰ ਸੈਂਟਰਲ ਗਵਰਨਮੈਂਟ ਹੈ, ਜਿਹੜੀ ਆਰਬੀਆਈ ਹੈ, ਸੈਂਟਰਲ ਬੈਂਕ ਹੈ, ਸੌਰੀ ਆਰਬੀਆਈ, ਉਹ ਓਪਨ ਮਾਰਕੀਟ ਦੇ ਵਿੱਚ, ਖੁੱਲੀ ਮਾਰਕੀਟ ਦੇ ਵਿੱਚ ਵੇਚਦਾ ਹੈ। Open market operation refer to the policy of sale and purchase of government security in the open market by central bank। The central bank sells, purchase, ਜਿਹੜੇ RBI ਉਹ ਵੇਚਦੀ ਹੈ ਤੇ ਖਰੀਦਦੀ ਹੈ ਇਹਨਾਂ ਸਿਕਿਉਰਿਟੀਜ਼ ਨੂੰ ਪਬਲਿਕ ਤੋਂ, ਕਮਰਸ਼ੀਅਲ ਬੈਂਕ ਤੋਂ। If the central bank wants to control inflation, ਜੇ ਸੈਂਟਰਲ ਬੈਂਕ ਇਨਫਲੇਸ਼ਨ ਨੂੰ ਕੰਟਰੋਲ ਕਰਨਾ ਚਾਹੁੰਦੀ ਹੈ ਤਾਂ ਉਹ ਸਿਕਿਉਰਿਟੀਜ਼ ਨੂੰ ਵੇਚ ਦੂ ਮਾਰਕੀਟ ਦੇ ਵਿੱਚ, ਤਾਂ ਕਿ ਜਿਹੜਾ ਵਾਧੂ ਦਾ ਲਿਕੁਇਡਿਟੀ, ਵਾਧੂ ਦਾ ਪੈਸਾ, ਲਿਕੁਇਡਿਟੀ ਕੀ ਹੁੰਦੀ ਹੈ? ਮਨੀ, ਕੈਸ਼ ਦੀ ਫਾਰਮ ਦੇ ਵਿੱਚ ਮਨੀ, ਇਹ ਪਬਲਿਕ ਤੋਂ ਸੈਂਟਰਲ ਬੈਂਕ ਦੇ ਵਿੱਚ ਆ ਜੂ। ਜਦੋਂ ਵੇਚੂਗੀ, ਲੋਕ ਖਰੀਦਣਗੇ, ਆਪਣਾ ਪੈਸਾ ਕਿਹਨੂੰ ਦੇ ਦੇਣਗੇ? ਸੈਂਟਰਲ ਬੈਂਕ। ਸੋ ਜਿਹੜੀ ਇਨਫਲੇਸ਼ਨ ਸੀਗੀ ਉਹ ਕੰਟਰੋਲ ਹੋ ਜੂਗੀ, ਘੱਟ ਪੈਸਾ ਰਹੂਗਾ ਮਾਰਕੀਟ ਦੇ ਵਿੱਚ। This measure control the aggregate demand and inflation। The central bank ਜਦੋਂ purchasing ਕਰਦਾ ਆਪਣੀ ਸਿਕਿਉਰਿਟੀ ਨੂੰ ਮਾਰਕੀਟ ਦੇ ਵਿੱਚ, ਉਹ ਜਦੋਂ ਸੈਂਟਰਲ ਬੈਂਕ ਖਰੀਦ ਲੈਂਦਾ ਲੋਕਾਂ ਤੋਂ, ਪਬਲਿਕ ਤੋਂ, ਕਮਰਸ਼ੀਅਲ ਬੈਂਕ ਤੋਂ ਗਵਰਨਮੈਂਟ ਸਿਕਿਉਰਿਟੀ, ਉਦੋਂ ਸੈਂਟਰਲ ਬੈਂਕ ਆਪਣਾ ਪੈਸਾ ਮਾਰਕੀਟ ਨੂੰ ਦੇ ਰਿਹਾ ਤਾਂ ਕਿ ਜਿਹੜੀ ਮਾਰਕੀਟ ਹੈ ਉਹਦੇ ਵਿੱਚ ਪੈਸਾ ਜ਼ਿਆਦਾ ਆਵੇ, ਜਿਹੜੀ ਡਿਫਲੇਸ਼ਨ ਦੀ ਪ੍ਰੋਬਲਮ ਚੱਲ ਰਹੀ ਹੈ ਉਹ ਕੰਟਰੋਲ ਹੋ ਸਕੇ। ਸੋ ਓਪਨ ਮਾਰਕੀਟ ਆਪਰੇਸ਼ਨ ਕੀ ਹੈ? ਜਦੋਂ ਜਿਹੜਾ ਸੈਂਟਰਲ ਬੈਂਕ ਹੈ ਉਹ ਸੇਲ ਕਰਦਾ ਤਾਂ ਇਨਫਲੇਸ਼ਨ ਦੀ ਪ੍ਰੋਬਲਮ ਘਟ ਜਾਂਦੀ ਹੈ, ਜਦੋਂ ਪਰਚੇਸ ਕਰਦਾ ਤਾਂ ਡਿਫਲੇਸ਼ਨ ਦੀ ਪ੍ਰੋਬਲਮ ਘਟ ਜਾਂਦੀ ਹੈ। ਸੋ ਇਹ ਆਪਾਂ ਨੇ ਯਾਦ ਰੱਖਣਾ। ਹੁਣ ਆਉਂਦਾ ਵੇਰੀਏਬਲ ਲੀਗਲ ਰਿਜ਼ਰਵ ਰੇਸ਼ੋ। ਇਹਦੇ ਅੰਦਰ ਦੋ ਰੇਸ਼ੋਜ਼ ਆਉਂਦੀਆਂ ਨੇ, ਇੱਕ ਪ੍ਰੋਪਰ ਲੀਗਲ ਮਤਲਬ ਇੱਕ ਸਹੀ ਤਰੀਕੇ ਦੀਆਂ ਜਿਹੜੀਆਂ ਦੋ ਰੇਸ਼ੋਜ਼ ਨੇ, ਰੇਟ ਨੇ, ਜਿਹੜੇ ਕਿ ਹਰ ਕਮਰਸ਼ੀਅਲ ਬੈਂਕ ਨੂੰ ਧਿਆਨ 'ਚ ਰੱਖਣੇ ਪੈਂਦੇ ਨੇ। ਤੇ ਰੇਟਸ ਕਿਹਨੇ ਦਿੱਤੇ ਹੋਏ ਨੇ? ਇਹ ਰੇਟਸ ਕਮਰਸ਼ੀਅਲ ਬੈਂਕ ਨੂੰ ਦਿੱਤੇ ਹੋਏ ਨੇ ਆਪਣੇ RBI ਨੇ, ਆਪਣੇ ਸੈਂਟਰਲ ਬੈਂਕ ਨੇ। The central bank can influence the credit creating power of commercial bank। ਸੋ ਕਮਰਸ਼ੀਅਲ ਬੈਂਕ ਕਿੰਨਾ ਪੈਸਾ ਕ੍ਰੀਏਟ ਕਰ ਸਕਦੇ ਨੇ, ਮਾਰਕੀਟ ਦੇ ਵਿੱਚ ਕਿੰਨਾ ਪੈਸਾ ਭੇਜ ਸਕਦੇ ਨੇ, ਇਸ ਚੀਜ਼ ਨੂੰ ਕੰਟਰੋਲ ਕਰਨ ਦੇ ਲਈ ਸੈਂਟਰਲ ਬੈਂਕ ਨੇ ਦੋ ਲਿਮਿਟਸ ਲਗਾਤੀਆਂ। ਇੱਕ ਲਗਾਤੀ CRR ਨਾਮ ਦੀ ਲਿਮਿਟ, ਇੱਕ ਲਗਾਤੀ SLR ਨਾਮ ਦੀ ਲਿਮਿਟ। ਜਦੋਂ CRR, ਜਿਹੜੀ CRR ਤੇ SLR ਹੈ, ਜਿਹਨੂੰ ਆਪਾਂ ਇਕੱਠਿਆਂ ਨੂੰ ਕਰਕੇ ਆਪਾਂ ਵੇਰੀਏਬਲ ਲੀਗਲ ਰਿਜ਼ਰਵ ਰੇਸ਼ੋ ਕਹਿੰਦੇ ਆ, ਇਹਦੇ ਵਿੱਚ ਦੋਨੋਂ ਆਉਂਦੀਆਂ ਨੇ CRR, SLR। ਇਹਨਾਂ ਨੂੰ ਆਪਾਂ ਅਲੱਗ-ਅਲੱਗ ਤੋਂ ਪੜਾਂਗੇ ਕੀ ਨੇ, ਬਟ ਉਰੇ ਆਪਾਂ ਸਿੰਪਲੀ ਕਨਸੈਪਟ ਨੂੰ ਸਮਝਣ ਦੇ ਲਈ ਇਹਨਾਂ ਨੂੰ ਇਕੱਠਾ, ਇਹਨਾਂ ਦਾ ਇਫੈਕਟ ਦੇਖ ਲੈਂਦੇ ਆ ਇਕਨੋਮੀ ਦੇ ਉੱਤੇ।
ਜਦੋਂ LRR ਇਹਦੇ ਵਿੱਚ ਇਨਕਰੀਜ਼ ਹੋ ਜਾਵੇ ਤਾਂ ਕੀ ਹੁੰਦਾ, ਜਿਹੜੀ ਕ੍ਰੈਡਿਟ ਕ੍ਰੀਏਸ਼ਨ ਦੀ ਕਪੈਸਿਟੀ ਹੈ, ਬਾਹਰ ਪੈਸਾ ਭੇਜਣ ਦੀ ਕਪੈਸਿਟੀ ਹੈ ਮਾਰਕੀਟ 'ਚ, ਉਹ ਘਟ ਜਾਂਦੀ ਹੈ ਕਮਰਸ਼ੀਅਲ ਬੈਂਕ ਦੀ। ਜਦੋਂ LRR ਘਟ ਜਾਵੇ, ਜਿਹੜਾ ਰੇਟ ਹੈ ਇਹ ਘਟ ਜਾਵੇ, ਤਾਂ ਬੈਂਕ ਦੀ ਜਿਹੜੀ ਪਾਵਰ ਹੈ ਮਨੀ ਕ੍ਰੀਏਟ ਕਰਨ ਦੀ ਉਹ ਵੱਧ ਜਾਂਦੀ ਹੈ। ਸੋ ਇਨਫਲੇਸ਼ਨ ਦੇ ਟਾਈਮ ਜਦੋਂ ਜ਼ਿਆਦਾ ਪੈਸਾ ਮਾਰਕੀਟ 'ਚ, ਉਦੋਂ LRR ਨੂੰ ਵਧਾਇਆ ਜਾਂਦਾ ਹੈ, ਜਦੋਂ ਡਿਫਲੇਸ਼ਨ ਹੈ ਉਦੋਂ ਇਹਨੂੰ ਘਟਾਇਆ ਜਾਂਦਾ ਹੈ। ਸੋ ਇਹ ਆਪਾਂ ਨੇ ਯਾਦ ਰੱਖਣਾ, ਇਨਫਲੇਸ਼ਨ ਐਂਡ ਡਿਫਲੇਸ਼ਨ। ਹੁਣ ਆਪਾਂ ਦੇਖਦੇ ਹਾਂ ਕਿ ਇਹ ਦੋ LRR ਲੀਗਲ ਰਿਜ਼ਰਵ ਰੇਸ਼ੋ ਹੈਗੀਆਂ ਕੌਣ ਨੇ। ਇੱਕ ਹੈ CRR ਕੈਸ਼ ਰਿਜ਼ਰਵ ਰੇਸ਼ੋ, ਇੱਕ ਹੈ ਸਟੈਚੂਟਰੀ ਲਿਕੁਇਡਿਟੀ ਰੇਸ਼ੋ ਜਿਹਨੂੰ ਆਪਾਂ SLR ਕਹਿੰਦੇ ਹਾਂ। ਕੈਸ਼ ਰਿਜ਼ਰਵ ਰੇਸ਼ੋ ਇੱਕ ਹੈ ਸਟੈਚੂਟਰੀ ਲਿਕੁਇਡਿਟੀ ਰੇਸ਼ੋ। ਇਹਨਾਂ ਦਾ ਆਪਾਂ ਕੰਪੈਰੀਜ਼ਨ ਦੇ ਨਾਲ ਹੀ ਇਹਨਾਂ ਦਾ ਮਤਲਬ ਸਮਝ ਲਾਂਗੇ। CRR is the percentage of money which bank has to keep with central bank in the form of cash। ਉਹ ਪੈਸਾ, ਉਹ ਮਨੀ ਜਿਹੜੀ ਕਮਰਸ਼ੀਅਲ ਬੈਂਕ ਨੂੰ RBI ਦੇ ਕੋਲ ਰੱਖਣੀ ਪੈਂਦੀ ਹੈ, ਉਹਨੂੰ ਆਪਾਂ ਕਹਿੰਦੇ ਆ ਕੈਸ਼ ਰਿਜ਼ਰਵ ਰੇਸ਼ੋ। ਤੇ ਸਟੈਚੂਟਰੀ ਲਿਕੁਇਡਿਟੀ ਰੇਸ਼ੋ, ਉਹ ਮਨੀ ਜਿਹੜੀ ਬੈਂਕ ਨੂੰ ਆਪਣੇ ਕੋਲ ਰੱਖਣੀ ਪੈਂਦੀ ਹੈ ਤੇ ਇਹ RBI ਨੇ ਸਪੈਸੀਫਾਈ ਕੀਤੀ ਹੈ। ਇਹ ਕਿਸ ਫਾਰਮ 'ਚ ਹੈ? CRR ਕੈਸ਼ ਦੀ ਫਾਰਮ 'ਚ ਹੈ। ਸਟੈਚੂਟਰੀ ਲਿਕੁਇਡਿਟੀ ਰੇਸ਼ੋ ਕਿਹਦੀ ਫਾਰਮ 'ਚ ਹੈ? ਨੈਟ ਟਾਈਮ ਐਂਡ ਡਿਮਾਂਡ ਲਾਇਬਿਲਿਟੀ ਲਿਕੁਇਡ ਐਸੈਟ ਦੀ ਫਾਰਮ ਦੇ ਵਿੱਚ ਹੈ। ਇਹਦੇ ਜਿਹੜੇ ਰਿਜ਼ਰਵ ਨੇ CRR ਦੇ, ਉਹ ਕੈਸ਼ ਦੀ ਫਾਰਮ 'ਚ ਨੇ। ਇਹਦੇ ਕੈਸ਼ ਤੇ ਹੋਰ ਐਸੈਟ ਜਿਵੇਂ ਗੋਲਡ ਹੋ ਗਿਆ, ਗਵਰਨਮੈਂਟ ਸਿਕਿਉਰਿਟੀ ਹੋ ਗਿਆ, ਚਾਹੇ ਸੈਂਟਰ ਦੀਆਂ ਨੇ ਚਾਹੇ ਸਟੇਟ ਦੀਆਂ ਨੇ, ਇਹ ਸਾਰੀ ਫਾਰਮ ਦੇ ਵਿੱਚ ਡਿਪੋਜ਼ਿਟ ਰੱਖੇ ਜਾਂਦੇ ਨੇ। CRR ਦਾ ਅਸਰ ਕੀ ਹੈ ਇਕਨੋਮੀ ਤੇ, ਇਫੈਕਟ ਕੀ ਹੈ? ਜੇ ਜ਼ਿਆਦਾ ਮਨੀ ਫਲੋ ਹੋ ਰਿਹਾ, ਜ਼ਿਆਦਾ ਕ੍ਰੈਡਿਟ ਕ੍ਰੀਏਸ਼ਨ ਹੋ ਰਹੀ ਹੈ, ਉਹਨੂੰ ਕੰਟਰੋਲ ਕਰਦੀ ਹੈ। ਤੇ ਜਿਹੜੀ SLR ਹੈ, ਉਹ ਜਿੰਨੇ ਵੀ ਡਿਪੋਜ਼ਿਟਰ ਨੇ ਉਹਨਾਂ ਦੀ ਕੋਈ ਅਨਐਕਸਪੈਕਟਿਡ ਡਿਮਾਂਡ ਹੈ, ਇੱਕਦਮ ਕੋਈ ਡਿਮਾਂਡ ਆ ਜਾਵੇ ਤਾਂ ਆਪਣੇ ਬੌਂਡਸ ਵੇਚ ਕੇ ਇਸ ਡਿਮਾਂਡ ਨੂੰ ਪੂਰਾ ਕਰ ਸਕਦੇ ਆ। ਜਿਹੜੀ CRR ਹੈ ਇਹ RBI ਦੇ ਕੋਲ ਰੱਖਦਾ ਹੈ ਕੈਸ਼, SLR ਬੈਂਕ ਆਪਣੇ ਕੋਲ ਰੱਖਦਾ ਹੈ ਲਿਕੁਇਡਿਟੀ ਫਾਰਮ 'ਚ। ਸੋ ਇਹ ਰੈਗੂਲੇਟ ਕਰਦੀ ਹੈ ਲਿਕੁਇਡਿਟੀ ਨੂੰ, ਇਹ ਕਰਦੀ ਹੈ ਕ੍ਰੈਡਿਟ ਗਰੋਥ ਨੂੰ। Banks don't earn any interest on this amount CRR ਦੇ ਉੱਤੇ, ਕਿਉਂਕਿ RBI ਕੋਲ ਪਿਆ, ਬੈਂਕ ਦੇ ਕੋਲ ਤਾਂ ਹੈ ਹੀ ਨਹੀਂ। ਸੋ ਬੈਂਕ ਇਹਦੇ ਉੱਤੇ ਇੰਟਰਸਟ ਕਿਵੇਂ ਅਰਨ ਕਰੂ? SLR ਇਹ ਆਪਣੀ ਬੈਂਕ ਦੀਆਂ ਖੁਦ ਦੀਆਂ ਲਿਕੁਇਡਿਟੀ ਫਾਰਮ ਦੇ ਵਿੱਚ ਐਸੈਟਸ ਨੇ, ਇਹਨਾਂ ਉੱਤੇ ਬੈਂਕ ਈਜ਼ੀਲੀ ਅਰਨ ਕਰ ਸਕਦਾ ਹੈ ਇੰਟਰਸਟ। ਸੋ ਇਹ ਮੇਨ ਪੂਰਾ ਕੰਸੈਪਟ ਹੈ, ਬਹੁਤ ਹੀ ਇੰਪੋਰਟੈਂਟ ਤੁਹਾਡੇ ਲਈ। CRR SLR, ਇਹਨਾਂ ਦਾ ਡਿਫਰੈਂਸ, ਇਹਨਾਂ ਦਾ ਮੀਨਿੰਗ, ਇਹਨਾਂ ਦੀ ਇਫੈਕਟ, ਰਿਜ਼ਰਵ ਫਾਰਮ, ਰੈਗੂਲੇਸ਼ਨ, ਸਭ ਕੁਝ ਐਗਜ਼ਾਮ ਦੇ ਵਿੱਚ ਇਹਨਾਂ ਦੇ ਵਿੱਚੋਂ ਕੁਝ ਵੀ ਆ ਸਕਦਾ ਹੈ। ਸੋ ਇਹ ਜਿੰਨੇ ਵੀ 6 ਦੇ 6 ਪੁਆਇੰਟ ਨੇ ਤੁਹਾਨੂੰ ਟਿਪਸ ਤੇ ਹੋਣੇ ਚਾਹੀਦੇ ਨੇ। ਤੇ ਇੱਕ ਇੰਪੋਰਟੈਂਟ ਚੀਜ਼, ਇਹ ਕਿਹਦੇ ਅੰਦਰ ਆਉਂਦੇ ਨੇ? ਇਹ ਲੀਗਲ ਰਿਜ਼ਰਵ ਰੇਸ਼ੋ ਦੇ ਅੰਦਰ ਆਉਂਦੇ ਨੇ। ਸੋ ਆਪਣੇ ਨੈਕਸਟ ਆਉਂਦੀ ਹੈ ਕੁਆਲੀਟੇਟਿਵ, ਜਿਹਨੂੰ ਆਪਾਂ ਸਿਲੈਕਟਿਵ ਕ੍ਰੈਡਿਟ ਕੰਟਰੋਲ ਕਹਿੰਦੇ ਆ। ਇਹਦਾ ਕੁਆਂਟੀਟੇਟਿਵ, ਟੋਟੈਲਿਟੀ ਆਫ ਕ੍ਰੈਡਿਟ ਮਨੀ ਕ੍ਰੀਏਸ਼ਨ ਤੇ ਕੋਈ ਵੀ ਇਫੈਕਟ ਨਹੀਂ ਹੈ। ਇਹ ਕੁਝ ਸਿਲੈਕਟਿਵ ਯੂਜ਼ ਹੈ ਜਿਹੜਾ ਕ੍ਰੈਡਿਟ ਦਾ, ਆਪਾਂ ਨੂੰ ਕਿਸੇ ਪਰਪਸ ਲਈ ਜਦੋਂ ਲੋਨ ਚਾਹੀਦਾ ਉਦੋਂ ਆਪਾਂ ਇਹ ਮੈਥਡਸ ਨੂੰ ਅਪਲਾਈ ਕਰਦੇ ਹਾਂ, ਇਹ ਕ੍ਰੈਡਿਟ ਕੰਟਰੋਲ ਨੂੰ ਫੋਲੋ ਕਰਦੇ ਹਾਂ। ਸੋ ਇਹਦੇ ਵਿੱਚ 3 ਤਰ੍ਹਾਂ ਦੀਆਂ ਮੇਨ ਕੈਟੇਗਰੀਜ਼ ਆਉਂਦੀਆਂ ਨੇ: ਮਾਰਜਿਨ ਰਿਕੁਆਇਰਮੈਂਟ, ਮੋਰਲ ਸੁਏਜਨ, ਕ੍ਰੈਡਿਟ ਰਾਸ਼ਨਿੰਗ। ਮਾਰਜਿਨ ਰਿਕੁਆਇਰਮੈਂਟ ਸਿੰਪਲ ਸਿੱਧੇ ਸ਼ਬਦਾਂ ਦੇ ਵਿੱਚ ਜਦੋਂ ਆਪਾਂ ਕੁਝ ਗਿਰਵੀ ਰੱਖ ਕੇ ਕਮਰਸ਼ੀਅਲ ਬੈਂਕ ਤੋਂ ਲੋਨ ਲੈਂਦੇ ਹਾਂ। ਫੋਰ ਐਗਜ਼ਾਮਪਲ, ਬਹੁਤ ਸਾਰੇ ਲੋਕ ਫੋਰਨ 'ਚ ਪੜ੍ਹਨ ਜਾਂਦੇ ਨੇ, ਐਜੂਕੇਸ਼ਨ ਲੋਨ ਲੈਂਦੇ ਨੇ, ਉਹ ਮੋਸਟਲੀ ਆਪਣੇ ਘਰ ਦੇ ਪੇਪਰ ਰੱਖਦੇ ਨੇ, ਆਪਣੇ ਪ੍ਰੋਪਰਟੀ ਪੇਪਰ ਰੱਖਦੇ ਨੇ। ਸੋ ਬੇਸਿਕਲੀ ਜੇ ਉਹਨਾਂ ਦੀ ਪ੍ਰੋਪਰਟੀ 40 ਲੱਖ ਦੀ ਹੈ ਤਾਂ ਉਹਨਾਂ ਨੂੰ ਉਸ ਤੋਂ ਘੱਟ ਦਾ ਲੋਨ ਬੈਂਕ ਦੇ ਦੂਗਾ। ਸੋ ਇਹੀ ਹੈ ਮਾਰਜਿਨ ਰਿਕੁਆਇਰਮੈਂਟ। ਜਿਹੜਾ ਮਾਰਜਿਨ ਰਿਕੁਆਇਰਮੈਂਟ ਜਦੋਂ ਆਪਾਂ ਵਧਾ ਦਿੰਦੇ ਹਾਂ ਤਾਂ ਕੀ ਹੁੰਦਾ ਹੈ, ਜਿਹੜੀ ਲੋਨ ਦੀ ਐਲੀਜੀਬਿਲਿਟੀ ਹੈ ਬੋਰੋਅਰ ਦੀ, ਉਹ ਘਟ ਜੂਗੀ, ਉਹਨੂੰ ਜੇ ਘੱਟ ਪੈਸਾ ਮਿਲ ਰਿਹਾ ਤੇ ਇਹਦੇ ਨਾਲ ਜਿਹੜੀ ਇਨਫਲੇਸ਼ਨ ਹੈ ਉਹ ਵੀ ਕੰਟਰੋਲ 'ਚ ਆ ਜਾਊ। So the commercial bank grant loan to borrower against some collateral security whose value is more than value of loan granted. The difference between value of collateral security and amount of loan is called margin. ਜਿੰਨੀ ਚੀਜ਼ ਗਿਰਵੀ ਰੱਖੀ, ਜਿੰਨੇ ਦਾ ਲੋਨ ਮਿਲਿਆ, ਜਿਹੜਾ ਉਹਦੇ ਵਿੱਚ ਦਾ ਡਿਫਰੈਂਸ ਹੈ, ਉਹਨੂੰ ਮਾਈਨਸ ਕਰਕੇ ਜਿਹੜਾ ਡਿਫਰੈਂਸ ਉਹਨੂੰ ਆਪਾਂ ਕਹਿੰਦੇ ਆ ਮਾਰਜਿਨ। Increase in margin requirement reduce loan eligibility of borrower, which in return central uses at the time of inflation. During deflationary situation, ਜਦੋਂ already rate ਘੱਟ ਨੇ, ਪੈਸਾ ਘੱਟ ਹੈ, ਤੁਹਾਡੀ margin requirement ਉਹ ਘੱਟ ਕੀਤੀ ਜਾਊ,
to promote growth of volume of credit money in the economy. Moral suasion ਦਾ concept ਕੀ ਹੈ? ਇਸ method ਦੇ ਅੰਦਰ ਜਿਹੜਾ ਸੈਂਟਰਲ ਬੈਂਕ ਹੈ ਉਹ persuade ਕਰਦਾ ਹੈ, pressurize ਕਰਦਾ ਹੈ commercial bank ਨੂੰ ਕਿ ਤੁਸੀਂ credit policy adopt ਕਰੋ ਜਿਹੜੀ ਕਿ ਆਪਣੇ ਸਾਰੇ ਦੇ ਸਾਰੇ economy ਨੂੰ ਲੈ ਕੇ overall development ਦੇ ਹੱਕ ਵਿੱਚ ਹੋਵੇ। So basically ਕੁਛ ਨਹੀਂ ਹੈ, moral suasion means ਇੱਕ advice ਦਿੰਦਾ central bank commercial bank ਨੂੰ ਕਿ ਤੁਸੀਂ ਇਸ nature ਦੀ credit policy follow ਕਰ ਲਓ। Credit rationing ਕੀ ਹੈ? ਜਦੋਂ ਸੈਂਟਰਲ ਬੈਂਕ ਲਿਮਿਟ ਇੱਕ ਸੈੱਟ ਕਰ ਦੇ ਕਿ ਤੁਸੀਂ ਮੈਕਸਿਮਮ ਇੰਨੇ ਦਾ ਹੀ ਲੋਨ ਦੇ ਸਕਦੇ ਹੋ ਇਸ ਪਾਰਟਿਕੂਲਰ ਯੂਜ਼ ਦੇ ਲਈ। ਸੋ ਜਿਹੜਾ ਰੇਟ ਆਫ ਇੰਟਰਸਟ ਹੋਊਗਾ ਇਹਦੇ ਵਿੱਚ ਉਹ ਅਲੱਗ-ਅਲੱਗ ਸੈਕਟਰਸ ਦਾ ਅਲੱਗ-ਅਲੱਗ ਯੂਜ਼ਸ ਦੇ ਅਕੋਰਡਿੰਗ ਵੇਰੀ ਕਰੂਗਾ, ਡਿਫਰੈਂਸ਼ੀਏਟ ਕਰੂਗਾ। ਸੋ ਇਹ ਸੀ ਆਪਣੇ ਕੁਆਲਿਟੇਟਿਵ ਮੈਥਡ। ਆਪਾਂ ਨੇ ਕੁਆਂਟੀਟੇਟਿਵ ਪੜ੍ਹ ਲਏ, ਕੁਆਲਿਟੇਟਿਵ ਪੜ੍ਹ ਲਏ। ਸੋ ਇੱਕ ਹੁਣ ਆਪਾਂ ਮੋਨੇਟਰੀ ਪਾਲਿਸੀ ਪੜ੍ਹ ਲਈ, ਆਪਾਂ ਨੇ ਦੇਖ ਲਿਆ ਵੀ ਇਨਫਲੇਸ਼ਨ ਨੂੰ ਕੰਟਰੋਲ ਕਰਦੇ ਆ, ਡਿਫਲੇਸ਼ਨ ਨੂੰ। ਹੁਣ ਆਪਾਂ ਥੋੜਾ ਜਿਹਾ ਅਲੱਗ ਤੋਂ ਵੀ ਦੇਖ ਲੈਂਦੇ ਆ ਵੀ ਇਹ ਐਕਸਪੈਂਸ਼ਨਰੀ, ਕੰਟਰੈਕਸ਼ਨਰੀ ਮਤਲਬ ਕਿ ਪੈਸੇ ਨੂੰ ਵਧਾਉਣ ਵਾਲੀ ਤੇ ਆਰਬੀਆਈ ਦੀ ਪੈਸੇ ਨੂੰ ਘਟਾਉਣ ਵਾਲੀ ਜਿਹੜੀ ਮੋਨੇਟਰੀ ਪਾਲਿਸੀ ਹੈ ਇਹ ਪਾਲਿਸੀ ਹੈ ਕੀ? Monetary policy refers to the action undertaken by nation's central bank to control the money supply. Control of money supply helps to manage inflation or deflation. Basically, ਜਿਹੜੀ monetary policy ਹੈ ਇਹ ਜਿਹੜਾ ਆਪਣਾ ਦੇਸ਼ ਦਾ ਸੈਂਟਰਲ ਏਪੈਕਸ ਬੈਂਕ ਹੈ ਉਹ ਮਨੀ ਦੀ ਸਪਲਾਈ ਨੂੰ, ਪੈਸੇ ਨੂੰ ਇਕਨੋਮੀ ਦੇ ਵਿੱਚ ਇੱਕ ਕੰਟਰੋਲਡ ਤਰੀਕੇ ਦੇ ਨਾਲ ਕਿ ਉਹ ਜਾਵੇ ਉਸ ਚੀਜ਼ ਲਈ ਤਿਆਰ ਕੀਤੀ ਜਾਂਦੀ ਹੈ। ਸੋ ਪੈਸੇ ਨੂੰ ਕੰਟਰੋਲ ਕਰਨ ਦੇ ਲਈ ਜਿਹਦੇ ਨਾਲ ਨਾ ਤਾਂ ਜ਼ਿਆਦਾ ਇਨਫਲੇਸ਼ਨ ਆ ਜਾਵੇ ਨਾ ਹੀ ਜ਼ਿਆਦਾ ਡਿਫਲੇਸ਼ਨ ਆਵੇ। ਸੋ ਇਨਫਲੇਸ਼ਨ ਦਾ ਆਪਾਂ ਜਿਹੜਾ ਟੌਪਿਕ ਹੈ ਉਹ ਅਲੱਗ ਤੋਂ ਆਪਣੇ ਨੈਕਸਟ ਲੈਕਚਰ ਦੇ ਵਿੱਚ ਦੇਖਾਂਗੇ। ਸੋ ਉਰੇ ਤੁਸੀਂ ਸਿਰਫ ਇਹ ਸਮਝ ਲਓ ਕਿ ਪੈਸੇ ਦੀ ਜਿਹੜੀ ਵੈਲਿਊ ਹੈ, ਇਨਫਲੇਸ਼ਨ ਆ ਉਹ ਮਹਿੰਗਾਈ ਨੂੰ ਵਧਾਉਂਦਾ। ਸੋ ਜਿਹੜਾ ਇਨਫਲੇਸ਼ਨਰੀ ਰੇਟ ਆ ਉਹਨੂੰ ਕੰਟਰੋਲ ਕਰਨ ਦੇ ਲਈ ਜਾਂ ਕਈ ਵਾਰੀ ਪੈਸੇ ਦੀ ਕੀਮਤ ਬਿਲਕੁਲ ਗਿਰ ਜਾਂਦੀ ਹੈ ਸੋ ਉਸ ਚੀਜ਼ ਨੂੰ ਵੀ ਕੰਟਰੋਲ ਕਰਨ ਦੇ ਲਈ ਇੱਕ ਬੈਲੈਂਸਡ ਇਕਨੋਮੀ, ਟੂ ਹੈਵ ਅ ਬੈਲੈਂਸਡ ਇਕਨੋਮੀ ਉਹ ਲੈ ਕੇ ਆਉਣ ਦੇ ਲਈ ਆਪਾਂ ਨੂੰ ਮੋਨੇਟਰੀ ਪਾਲਿਸੀ ਦੇ ਦੋ ਜਿਹੜੀਆਂ ਕੈਟੇਗਰੀਜ਼ ਨੇ ਫੋਲੋ ਕਰਨੀਆਂ ਪੈਂਦੀਆਂ ਨੇ। ਜਿਹੜੀ ਐਕਸਪੈਂਸ਼ਨਰੀ ਪਾਲਿਸੀ ਹੈ ਜਦੋਂ ਆਪਾਂ ਨੇ ਮਾਰਕੀਟ ਦੇ ਵਿੱਚ ਮਨੀ ਸਪਲਾਈ ਨੂੰ ਵਧਾਉਣਾ, ਇਨਕਰੀਜ਼ ਕਰਨਾ, ਉਹਨੂੰ ਆਪਾਂ ਕਹਿੰਦੇ ਆ ਐਕਸਪੈਂਸ਼ਨਰੀ ਪਾਲਿਸੀ। ਔਨ ਦੀ ਅਦਰ ਹੈਂਡ ਜਦੋਂ ਆਪਾਂ ਨੇ ਪੈਸੇ ਦੀ ਸਪਲਾਈ ਨੂੰ ਘਟਾਉਣਾ ਉਹਨੂੰ ਆਪਾਂ ਕਹਿੰਦੇ ਆ ਕੰਟਰੈਕਸ਼ਨਰੀ ਪਾਲਿਸੀ। ਜਿਹੜੀ ਐਕਸਪੈਂਸ਼ਨਰੀ ਪਾਲਿਸੀ ਹੈ ਇਹਦੇ ਵਿੱਚ ਆਪਾਂ ਜਿਹੜਾ ਇੰਟਰਸਟ ਰੇਟ ਹੈ ਉਹ ਘਟਾ ਦਿੰਦੇ ਆ ਜਿਹਦੇ ਨਾਲ ਮਾਰਕੀਟ ਦੇ ਵਿੱਚ ਪੈਸਾ ਜ਼ਿਆਦਾ ਜਾਊਗਾ। ਜਿਹੜੀ ਦੂਜੀ ਪਾਲਿਸੀ ਹੈ ਕੰਟਰੈਕਸ਼ਨਰੀ, ਇਹਦੇ ਵਿੱਚ ਆਪਾਂ ਇੰਟਰਸਟ ਰੇਟ ਨੂੰ ਵਧਾ ਦਿੰਦੇ ਆ ਜਿਹਦੇ ਨਾਲ ਮਾਰਕੀਟ 'ਚ ਲਿਕੁਇਡਿਟੀ, ਪੈਸਾ ਘਟ ਜਾਊਗਾ। ਸੋ ਇਹ ਸਿੰਪਲ ਜਿਹਾ ਕੰਸੈਪਟ ਆਪਾਂ ਨੇ ਦਿਮਾਗ 'ਚ ਰੱਖਣਾ ਹੈ। ਹੁਣ ਆਪਾਂ ਇਹਨੂੰ ਇੱਕ ਵਾਰੀ ਪੜ੍ਹ ਲੈਂਦੇ ਹਾਂ। An expansionary monetary policy is focused on expanding, increasing the money supply in an economy. An expansionary monetary policy is implemented by lowering key interest rate, thus increasing market liquidity. On the other hand, contractionary monetary policy, it is focused on contracting, decreasing the money supply in an economy. A contracting money policy is implemented by increasing key interest rate. ਜਦੋਂ ਆਪਾਂ ਇੰਟਰਸਟ ਰੇਟ ਵਧਾ ਦਿੰਦੇ ਆ ਤੇ ਇਹਦੇ ਨਾਲ ਲੋਕ ਘੱਟ ਪੈਸਾ ਲੈਂਦੇ ਨੇ ਤੇ ਰਿਡਿਊਸ ਹੋ ਜਾਂਦੀ ਹੈ ਮਾਰਕੀਟ ਦੇ ਵਿੱਚ ਜਿੰਨੀ ਵੀ ਲਿਕੁਇਡਿਟੀ ਚੱਲ ਰਹੀ ਹੈ। ਸੋ ਜਿਹੜਾ ਹੁਣ ਮੈਂ ਤੁਹਾਨੂੰ ਪਿੱਛੇ ਪੜ੍ਹਾ ਕੇ ਹਟੀ ਹਾਂ ਕਿ ਮੋਨੇਟਰੀ ਪਾਲਿਸੀ ਕੰਟਰੈਕਸ਼ਨਰੀ ਹੈ, ਐਕਸਪੈਂਸ਼ਨਰੀ ਹੈ। ਜੇ ਆਪਾਂ ਨੇ ਮਨੀ ਸਪਲਾਈ ਨੂੰ ਵਧਾਉਣਾ ਤਾਂ ਕੀ ਕਰਨਾ ਹੈ, ਘਟਾਉਣਾ ਤਾਂ ਕੀ ਕਰਨਾ। ਜੇ ਇਨਫਲੇਸ਼ਨ ਨੂੰ ਕੰਟਰੋਲ ਕਰਨਾ, ਮਹਿੰਗਾਈ ਨੂੰ ਕੰਟਰੋਲ 'ਚ ਲੈ ਕੇ ਆਉਣਾ ਤਾਂ ਉਹਦੇ ਲਈ ਹੋਊਗੀ ਕੰਟਰੈਕਸ਼ਨਰੀ ਮਨੀ ਪਾਲਿਸੀ। ਸੋ ਇਹਦੀ ਜਿਹੜੀ ਕੰਟਰੈਕਸ਼ਨਰੀ ਮੋਨੇਟਰੀ ਪਾਲਿਸੀ ਹੈ ਇਹਦੇ ਵਿੱਚ ਕੀ ਕੀ ਕਰ ਸਕਦੀ ਹੈ ਸਰਕਾਰ ਜਾਂ ਜਿਹੜਾ ਬੈਂਕਿੰਗ ਸਿਸਟਮ ਹੈ ਉਹਨੂੰ ਕੀ ਕੀ ਕਰਨਾ ਪਊ, ਆਰਬੀਆਈ ਨੂੰ ਆਪਣੀ ਪਾਲਿਸੀਜ਼ ਨੂੰ ਕਿਵੇਂ ਦਾ ਬਣਾਉਣਾ ਪਊ। ਉਹ ਇਹ ਦੋ ਕੇਸਿਸ ਦੇ ਵਿੱਚ ਮੈਂ ਸਮਝਾਇਆ ਹੋਇਆ ਹੈ। ਜਿਹੜੀਆਂ ਪਿੱਛੇ ਆਪਾਂ ਨੇ ਗੱਲਾਂ ਕੀਤੀਆਂ ਨੇ ਉਹੀ ਸਾਰੀਆਂ ਉਰੇ ਰਿਪੀਟ ਨੇ। CRR ਇਨਕਰੀਜ਼ ਕਰਨੀ ਪਊਗੀ, SLR ਇਨਕਰੀਜ਼ ਕਰਨੀ ਪਊ, ਬੈਂਕ ਰੇਟ ਇਨਕਰੀਜ਼ ਕਰਨਾ ਪਊ ਸੋ ਦੈਟ ਲੋਕ ਤੁਹਾਡੇ ਤੋਂ ਘੱਟ ਪੈਸਾ ਲੈਣ, ਮਾਰਕੀਟ 'ਚ ਪੈਸਾ ਘਟ ਜਾਵੇ ਤਾਂ ਉਹਦੇ ਨਾਲ ਇਨਫਲੇਸ਼ਨ ਵੀ ਕੰਟਰੋਲ 'ਚ ਆਊਗੀ। ਸੋ ਜਦੋਂ ਤੁਸੀਂ ਇਹ ਦੋ ਕੇਸਿਸ ਪੜ੍ਹੋਗੇ ਤਾਂ ਤੁਹਾਨੂੰ ਇਹ ਹੋਰ ਕਨਸੈਪਟ ਚੰਗੀ ਤਰ੍ਹਾਂ ਕਲੀਅਰ ਹੋ ਜਾਊ। ਉਸ ਤੋਂ ਬਾਅਦ ਹੈ ਐਕਸਪੈਂਸ਼ਨਰੀ। ਪਿਛਲੀ ਤਾਂ ਸੀ ਕੰਟਰੈਕਸ਼ਨਰੀ ਵਾਲੀ, ਉਹਨੂੰ ਡੀਅਰ ਮਨੀ ਪਾਲਿਸੀ ਕਿਹਾ ਜਾਂਦਾ, ਇਹਨੂੰ ਚੀਪ ਮੋਨੇਟਰੀ ਪਾਲਿਸੀ। ਜਦੋਂ ਆਪਾਂ ਨੇ ਮਨੀ ਸਪਲਾਈ ਨੂੰ ਵਧਾਉਣਾ ਹੋਵੇ ਮਾਰਕੀਟ 'ਚ ਤਾਂ ਸਰਕਾਰ ਕੀ ਕਰਦੀ ਆ, ਜਿੰਨੇ ਉਹਦੇ ਰੇਟਸ ਨੇ, ਰੈਪੋ ਰੇਟ ਆਰਬੀਆਈ ਦਾ, CRR, ਰਿਵਰਸ ਰੈਪੋ ਰੇਟ ਹੋ ਗਿਆ, ਬੈਂਕ ਰੇਟ ਹੋ ਗਿਆ, ਸਟੈਚੂਟਰੀ ਲਿਕੁਇਡ ਰੇਟ, ਸਾਰਿਆਂ ਨੂੰ ਰਿਡਿਊਸ ਕਰ ਦਿੰਦੀ ਹੈ, ਸਸਤਾ ਕਰ ਦਿੰਦੀ ਹੈ, ਚੀਪ ਕਰ ਦਿੰਦੀ ਹੈ ਤੁਹਾਡੇ ਲਈ ਪੈਸਾ ਲੈਣਾ, ਕ੍ਰੈਡਿਟ ਲੈਣਾ। ਸੋ ਜਿਹਦੇ ਨਾਲ ਮਾਰਕੀਟ ਦੇ ਵਿੱਚ ਮਨੀ ਸਪਲਾਈ ਵੱਧ ਜਾਂਦੀ ਹੈ ਤੇ ਰਿਸੈਸ਼ਨ ਉਹਦੇ ਨਾਲ ਓਵਰਕਮ ਕੀਤਾ ਜਾਂਦਾ ਹੈ।
ਸੋ ਜਦੋਂ ਤੁਸੀਂ ਇਹ ਦੋ ਟੇਬਲਸ ਨੂੰ ਚੰਗੀ ਤਰ੍ਹਾਂ ਪੜ੍ਹੋਗੇ ਤੁਹਾਡੇ ਐਗਜ਼ਾਮ ਦੇ ਘੱਟੋ ਘੱਟ 2-3 ਕੁਐਸਚਨ ਪੂਰੀ ਚੰਗੀ ਤਰ੍ਹਾਂ ਕਲੀਅਰ ਹੋ ਜਾਣਗੇ ਕਿਉਂਕਿ ਇਹ ਟੌਪਿਕ ਚੋਂ ਕੋਈ ਵੀ ਪੇਪਰ ਹੈ ਕੁਐਸਚਨ ਆਉਂਦਾ ਹੀ ਆਉਂਦਾ। ਸੋ ਇਹ ਸੀ ਅੱਜ ਦਾ ਆਪਣਾ ਇੰਪੋਰਟੈਂਟ ਲੈਕਚਰ ਮਨੀ ਐਂਡ ਬੈਂਕਿੰਗ। ਇਹਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਰਿਵਾਈਜ਼ ਵੀ ਕਰਨਾ ਹੈ, ਕਨਸੈਪਟਸ ਨੂੰ ਦੁਬਾਰਾ ਤੋਂ ਸਮਝਣਾ ਹੈ। ਇੱਕ ਵਾਰੀ ਜੋ ਤੁਸੀਂ ਲੈਕਚਰ ਸੁਣ ਲੈਂਦੇ ਹੋ, ਜਦੋਂ ਉਸ ਤੋਂ PDF ਪੜ੍ਹਦੇ ਹੋ, ਤਾਂ ਜੇ ਤੁਹਾਨੂੰ ਬਾਈ ਚਾਂਸ ਇਹ ਲੱਗਦਾ ਕਿ ਸਾਨੂੰ ਕੋਈ ਟੌਪਿਕ ਨਹੀਂ ਸਮਝ ਆਇਆ ਤਾਂ ਉਸੇ ਟਾਈਮ ਨਾਲ ਦੀ ਨਾਲ ਵੀਡੀਓ ਦੇ ਵਿੱਚੋਂ ਉਹ ਪੋਰਸ਼ਨ ਦੇਖ ਲਿਆ ਕਰੋ ਜਿਹਦੇ ਵਿੱਚੋਂ ਤੁਹਾਨੂੰ ਕਨਸੈਪਟ ਦੁਬਾਰਾ ਤੋਂ ਕਲੀਅਰ ਹੋ ਜਾਵੇ। ਸੋ ਐਵੇਂ ਜੇ ਤੁਸੀਂ ਕਰੋਗੇ ਤਾਂ ਤੁਹਾਨੂੰ ਐਗਜ਼ਾਮ ਦੇ ਵਿੱਚ ਰਿਵੀਜ਼ਨ ਜਿਹੜੀ ਕਰਨੀ ਬਹੁਤ ਸੌਖੀ ਹੋ ਜਾਊਗੀ ਕਿਉਂਕਿ ਜਦੋਂ ਐਗਜ਼ਾਮ ਤੋਂ ਪਹਿਲਾ ਟਾਈਮ ਹੁੰਦਾ ਉਦੋਂ ਜੇ ਤੁਸੀਂ ਦੁਬਾਰਾ ਤੋਂ ਥਿਊਰੀਜ਼ ਦੇਖਣੇ ਸ਼ੁਰੂ ਕਰੋਗੇ ਤਾਂ ਤੁਹਾਡੀ ਸਹੀ ਅਪਰੋਚ ਨਹੀਂ ਰਹੂਗੀ। ਥਿਊਰੀਜ਼ ਨਾਲ ਦੀ ਨਾਲ ਕਰੋ, ਡੀਟੇਲਡ ਲੈਕਚਰ ਹੁਣੀ ਦੇਖੋ, PDF ਦੇ ਵਿੱਚੋਂ ਨਾਲ ਦੀ ਨਾਲ ਰਿਵਾਈਜ਼ ਕਰੋ। ਪੇਪਰ ਤੋਂ ਪਹਿਲਾਂ ਤੁਸੀਂ ਇੱਕ ਹੀ ਟਾਰਗੇਟ ਰੱਖਣਾ, ਜ਼ਿਆਦਾ ਤੋਂ ਜ਼ਿਆਦਾ MCQs ਤੇ ਨਾਲ ਮੌਕ ਟੈਸਟ।